ਕੀਤਾ ਹੈ। ਲੜੀਵਾਰ ਗੁਰਬਾਣੀ ਸ਼ਬਦ ਵਿਚਾਰ। ਧੰਨ ਧੰਨ ਗੁਰੂ ਅੰਗਦ ਦੇਵ ਮਹਾਰਾਜ ਪਾਤਸ਼ਾਹ ਜੀ ਦੀ ਉਸਤਤ ਵਿੱਚ ਭੱਟ ਸਾਹਿਬਾਨ ਵੱਲੋਂ ਸਵਈਏ ਰੂਪ ਵਿੱਚ ਉਚਾਰਨ ਕੀਤੀ ਹੋਈ ਪਵਿੱਤਰ ਬਾਣੀ ਦਾ ਪਾਠ ਭਾਈ ਸਾਹਿਬ ਜੀ ਪਾਸੋਂ ਆਪ ਜੀਆਂ ਨੇ ਸਰਵਨ ਕੀਤਾ ਹੈ। ਅੱਜ ਦੇ ਅੰਮ੍ਰਿਤਮਈ ਬਚਨਾਂ ਦੀ ਵਿਚਾਰ ਨਾਲ ਸਾਂਝ ਪਾਉਣ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਸਮਰੱਥ ਸਤਿਗੁਰੂ ਜੀ ਦੇ ਪਾਵਨ ਚਰਨਾਂ ਵਿੱਚ ਜੁੜਨ ਦਾ ਯਤਨ ਕਰੀਏ। ਜੋ ਭੱਟ ਸਾਹਿਬਾਨ ਗੁਰੂ ਸਾਹਿਬ ਜੀ ਦੀ ਉਸਤਤ ਕਰ ਰਹੇ ਨੇ, ਸਤਿਗੁਰੂ ਜੀ ਦੀ ਵਡਿਆਈ ਕਰ ਰਹੇ ਹਨ, ਅੱਜ ਦੀ ਅੰਮ੍ਰਿਤਮਈ ਬਾਣੀ ਦੀ ਵਿਚਾਰ ਨਾਲ ਇੱਕ ਮਨ ਇੱਕ ਚਿੱਤ ਹੋ ਕੇ ਸਤਿਗੁਰੂ ਜੀ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਸਵਈਏ ਮਹੱਲੇ ਦੂਜੇ ਕੇ। ਇੱਕ ਓੰਕਾਰ ਸਤ ਗੁਰ ਪ੍ਰਸਾਦ। ਸੱਚ ਤੀਰਥ ਸੱਚ ਇਸਨਾਨ। ਅਰ ਭੋਜਨ ਪਾਓ ਸੱਚ। ਸਦਾ ਸੱਚ ਪਾਖੰਤ ਸੋ ਹੈ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਲੜੀਵਾਰ ਗੁਰਬਾਣੀ ਵਿਚਾਰ ਦੇ ਨਾਲ ਸਾਂਝ ਪਾਉਂਦੇ ਆ ਰਹੇ ਹੋ। ਭੱਟ ਸਾਹਿਬਾਨ ਵੱਲੋਂ ਜੋ ਗੁਰੂ ਸਾਹਿਬ ਜੀ ਦੀ ਉਸਤਤ ਵਿੱਚ ਸਵਈਏ ਦੇ ਰੂਪ ਵਿੱਚ ਇਸ ਬਾਣੀ ਦਾ ਉਚਾਰਨ ਕੀਤਾ, ਜੋ ਅੱਜ ਦਾ ਪਾਠ ਆਪ ਜੀਆਂ ਨੇ ਸਰਵਨ ਕੀਤਾ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ, ਪਾਵਨ ਅੰਗ 1392 ਦੇ ਉੱਪਰ ਸੁਭਾਏਮਾਨ ਹੈ। ਭੱਟ ਕੱਲ ਸਹਾਰ ਜੀ ਗੁਰੂ ਅੰਗਦ ਦੇਵ ਮਹਾਰਾਜ ਪਾਤਸ਼ਾਹ ਜੀ ਦੀ ਉਸਤਤ ਦੇ ਵਿੱਚ ਉਹਨਾਂ ਦੀ ਵਡਿਆਈ, ਉਹਨਾਂ ਦੀ ਸ਼ੋਭਾ ਕਰਦਿਆਂ ਹੋਇਆਂ ਇਹ ਪਾਵਨ ਬਚਨ ਉਚਾਰਨ ਕਰਦੇ ਨੇ, ਜੋ ਉਹਨਾਂ ਨੂੰ ਸਤਿਗੁਰੂ ਜੀ ਦੇ ਬਾਰੇ ਸਮਝ ਆਈ ਕਿ ਗੁਰੂ ਅੰਗਦ ਦੇਵ ਮਹਾਰਾਜ ਪਾਤਸ਼ਾਹ ਜੀ ਤੁਹਾਡਾ ਜੀਵਨ ਗੁਰੂ ਨਾਨਕ ਸਾਹਿਬ ਜੀ ਦਾ ਰੂਪ ਬਣ ਕੇ ਕੈਸਾ ਹੈ। ਭੱਟ ਆਖਦੇ ਨੇ ਕਿ ਗੁਰੂ ਅੰਗਦ ਦੇਵ ਮਹਾਰਾਜ ਪਾਤਸ਼ਾਹ ਤੁਹਾਡਾ ਜਿਹੜਾ ਤੀਰਥ ਹੈ ਉਹ ਸੱਚ ਹੈ, ਔਰ ਤੁਹਾਡਾ ਜਿਹੜਾ ਇਸ਼ਨਾਨ ਹੈ ਉਹ ਵੀ ਸੱਚ ਹੈ, ਤੇ ਤੁਹਾਡਾ ਜਿਹੜਾ ਭੋਜਨ ਹੈ ਉਹ ਵੀ ਸੱਚ ਹੈ। ਸੱਚ ਦਾ ਇਥੇ ਅਰਥ ਹੈ ਸਦੀਵੀ। ਸਦੀਵੀ ਤੋਂ ਭਾਵ ਹੈ ਕਿ ਸੱਚਾ ਨਾਮ, ਇੱਕ ਪਰਮੇਸ਼ਵਰ ਦਾ ਨਾਮ ਹੀ ਸੱਚਾ ਹੈ, ਸਦੀਵੀ ਹੈ। ਬਾਕੀ ਸਾਰਾ ਸੰਸਾਰ ਜਿਹੜਾ ਹੈ ਉਹ ਬਿਨਸਨਹਾਰ, ਬਿਨਸ ਜਾਣ ਵਾਲਾ। ਸੰਸਾਰ ਵਿੱਚ ਪਤਾ ਨਹੀਂ ਕਿਤਨੇ ਆਏ, ਕਿਤਨੇ ਸੰਸਾਰ ਵਿੱਚ ਚਲੇ ਗਏ, ਕਈਆਂ ਦੇ ਨਾਮ ਬਦਲ ਗਏ, ਕਈਆਂ ਦੇ ਨਾਮ ਸੰਸਾਰ ਵਿੱਚ ਮਿਟ ਗਏ, ਪਰ ਪਰਮੇਸ਼ਵਰ ਜਿਹੜਾ ਹੈ ਉਹਦਾ ਨਾਮ ਸੱਚਾ ਹੈ, ਸਦੀਵੀ ਹੈ। ਇਸ ਲਈ ਕਹਿ ਰਹੇ ਨੇ ਕਿ ਜਿਨ੍ਹਾਂ ਨੇ ਪਰਮਾਤਮਾ ਦੇ ਸੱਚੇ ਨਾਮ ਨਾਲ ਜੁੜਨਾ ਕੀਤਾ, ਉਹ ਸੰਸਾਰ ਦੇ ਵਿੱਚ ਸਦਾ ਲਈ ਸੱਚ ਵਿੱਚ ਸਮਾ ਜਾਂਦੇ ਨੇ।
ਜਾਂ ਇਸ ਤਰ੍ਹਾਂ ਕਹਿ ਲਈਏ ਕਿ ਸਾਰਾ ਸੰਸਾਰ ਬਿਨਸਨਹਾਰ ਹੈ, ਔਰ ਜੇ ਕੋਈ ਅਬਨਾਸ਼ੀ ਹੈ, ਨਾਸ਼ ਤੋਂ ਰਹਿਤ ਹੈ, ਜੋ ਇਸ ਕਾਲ ਸਮੇਂ ਤੋਂ ਰਹਿਤ ਹੈ, ਉਹ ਹੈ ਪਰਮੇਸ਼ਵਰ। ਪਰਮੇਸ਼ਵਰ ਦਾ ਨਾਮ ਜਪਜੀ ਸਾਹਿਬ ਜੀ ਦੀ ਬਾਣੀ ਵਿੱਚ ਆਰੰਭ ਵਿੱਚ ਅਸੀਂ ਇਹੀ ਪੜ੍ਹਦੇ ਹਾਂ, ਆਦਿ ਸੱਚ ਜੁਗਾਦ ਸੱਚ ਹੈ ਭਈ ਸੱਚ, ਨਾਨਕ ਹੋਸੀ ਵੀ ਸੱਚ। ਇਸ ਜਗਤ ਦੀ ਰਚਨਾ, ਬ੍ਰਹਿਮੰਡ ਦੀ ਰਚਨਾ ਤੋਂ ਪਹਿਲਾਂ ਵੀ ਉਹ ਬ੍ਰਹਮ ਸੱਚ ਸਤ ਦੇ ਰੂਪ ਵਿੱਚ, ਔਰ ਇਸ ਬ੍ਰਹਿਮੰਡ ਦੀ ਰਚਨਾ ਤੋਂ ਬਾਅਦ ਵੀ ਉਹ ਸੱਚ ਦੇ ਰੂਪ ਵਿੱਚ, ਔਰ ਜਿਸ ਦਿਨ ਇਸ ਬ੍ਰਹਿਮੰਡ ਨੂੰ ਨਿਰੰਕਾਰ ਪਰਮੇਸ਼ਵਰ ਨੇ ਸਮੇਟ ਲੈਣਾ, ਉਦੋਂ ਵੀ ਉਹ ਪਰਮੇਸ਼ਵਰ ਸੱਚਾ ਹੈ। ਕੋਈ ਉਹਦੇ ਵਿੱਚ ਘਾਟ ਵਾਦ ਘਾਟ ਨਹੀਂ, ਉਹ ਜੈਸਾ ਹੈ ਵੈਸਾ ਹੀ ਹੈ। ਸਮੇਂ ਦੇ ਨਾਲ ਘਾਟ ਵਾਦ ਘਾਟ ਚੱਲਦੀ ਰਹਿੰਦੀ ਹੈ। ਜੈਸੀ ਸੋਚ ਸਾਡੀ ਪਿਛਲੇ ਸਮੇਂ ਦੇ ਵਿੱਚ ਸੀ, ਵੈਸੀ ਅੱਜ ਨਹੀਂ, ਔਰ ਜੈਸੀ ਸੋਚ ਅੱਜ ਹੈ, ਜ਼ਰੂਰੀ ਨਹੀਂ ਕਿ ਕੱਲ ਵੀ ਵੈਸੀ ਹੀ ਹੋਏਗੀ। ਕੱਲ ਸਾਡਾ ਜੀਵਨ ਕੁਝ ਹੋਰ ਸੀ, ਅੱਜ ਕੁਝ ਹੋਰ ਹੈ, ਔਰ ਕੱਲ ਆਉਣ ਵਾਲੇ ਸਮੇਂ ਵਿੱਚ ਜੀਵਨ ਕੁਝ ਹੋਰ ਹੋਏਗਾ। ਸਾਡੇ ਤੋਂ ਪਹਿਲਾਂ ਇਸ ਸੰਸਾਰ ਦਾ ਮਾਹੌਲ ਰੰਗ ਢੰਗ ਕੁਝ ਹੋਰ ਸੀ, ਅੱਜ ਮਾਹੌਲ ਰੰਗ ਢੰਗ ਕੁਝ ਹੋਰ ਹੈ। ਸਾਡੇ ਚਲੇ ਜਾਣ ਤੋਂ ਬਾਅਦ ਦੁਨੀਆ ਵਿੱਚ ਰੰਗ ਢੰਗ, ਦੁਨੀਆ ਦਾ ਮਾਹੌਲ ਕੁਝ ਹੋਰ ਹੋਏਗਾ। ਇਹ ਬਦਲਦਾ ਰਹਿੰਦਾ ਹੈ। ਪਰ ਪਰਮਾਤਮਾ ਦਾ ਨਾਮ ਜਿਹੜਾ ਹੈ ਉਹ ਸਦੀਵੀ ਸੱਚ ਹੈ। ਉਹ ਕਾਲ ਤੋਂ ਰਹਿਤ, ਸਮੇਂ ਦੇ ਪ੍ਰਭਾਵ ਤੋਂ ਰਹਿਤ ਹੈ। ਆਦਿ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ ਹੈ। ਪਰਮੇਸ਼ਵਰ ਜਿਹੜਾ ਹੈ ਉਹ ਹਰ ਵਕਤ ਆਪਣੇ ਆਪੇ ਦੇ ਵਿੱਚ ਪੂਰਾ ਹੈ, ਉਹ ਕਿਤੇ ਵੀ ਅਧੂਰਾ ਨਹੀਂ। ਉਹਦਾ ਨਾਮ ਵੀ ਕਿਤੇ ਵੀ ਅਧੂਰਾ ਨਹੀਂ। ਫਿਰ ਬੇਨਤੀ ਕਰਾਂ ਕਿ ਸਾਡੀਆਂ ਆਦਤਾਂ ਬਦਲ ਸਕਦੀਆਂ, ਸਾਡਾ ਜੀਵਨ ਬਦਲ ਸਕਦਾ ਹੈ, ਸਾਡੀ ਸੋਚ ਬਦਲ ਸਕਦੀ ਹੈ, ਪਰ ਗੁਰਬਾਣੀ ਜੈਸਾ ਉਚਾਰਨ ਗੁਰਬਾਣੀ ਦਾ ਕੀਤਾ ਸੀ, ਔਰ ਜੋ ਗੁਰਬਾਣੀ ਦਾ ਖਜ਼ਾਨਾ ਦਿੱਤਾ ਹੈ, ਉਹ ਕੱਲ ਵੀ ਵੈਸਾ ਹੀ ਸੀ ਤੇ ਅੱਜ ਵੀ ਵੈਸਾ ਹੀ ਹੈ। ਸੰਸਾਰ ਦੇ ਸਿਮਟ ਜਾਣ ਤੋਂ ਬਾਅਦ ਹੋਰ ਕਈ ਜੀਵ ਇਸ ਧਰਤੀ ਤੇ ਫਿਰ ਦੁਬਾਰਾ ਆਉਣਗੇ, ਕਿਉਂਕਿ ਆਵਨ ਜਾਨ ਇੱਕ ਖੇਲ ਬਣਾਇਆ। ਆ ਰਹੇ ਹਾਂ, ਜਾ ਰਹੇ ਹਾਂ, ਆ ਰਹੇ ਹਾਂ, ਜਾ ਰਹੇ ਹਾਂ, ਪਰ ਜੋ ਇਹ ਸੱਚੀ ਬਾਣੀ ਹੈ ਉਹ ਜੈਸੀ ਹੈ ਉਹ ਵੈਸੀ ਹੀ ਹੈ। ਗੁਰਬਾਣੀ ਦੇ ਨਾਲ ਜੁੜ ਕੇ ਗੁਰੂ ਅੰਗਦ ਦੇ ਮਹਾਰਾਜ ਪਾਤਸ਼ਾਹ ਜੀ, ਤੁਸੀਂ ਭਾਈ ਲਹਿਣਾ ਜੀ ਦਾ ਰੂਪ ਬਣ ਕੇ ਗੁਰੂ ਨਾਨਕ ਸਾਹਿਬ ਦੇ ਘਰ ਆਏ। ਜਦੋਂ ਭਾਈ ਲਹਿਣਾ ਜੀ ਦੇ ਰੂਪ ਵਿੱਚ ਆਏ, ਉਦੋਂ ਤੁਹਾਡਾ ਇਸ਼ਨਾਨ ਹੋਰ ਸੀ, ਉਦੋਂ ਤੁਹਾਡਾ ਤੀਰਥ ਵੀ ਹੋਰ ਸੀ, ਉਦੋਂ ਤੁਹਾਡਾ ਭੋਜਨ, ਤੁਹਾਡੀ ਖੁਰਾਕ ਵੀ ਹੋਰ ਸੀ। ਪਰ ਜਦੋਂ ਤੁਸੀਂ ਗੁਰੂ ਨਾਨਕ ਸਾਹਿਬ ਜੀ ਦੇ ਦਰ ਘਰ ਤੇ ਆ ਕੇ ਆਪਣਾ ਆਪ ਸਮਰਪਣ ਕੀਤਾ, ਔਰ ਗੁਰਮਤਿ ਦੇ ਦਾਇਰੇ ਵਿੱਚ ਰਹਿ ਕੇ ਸ਼ਬਦ ਦੀ ਟਕਸਾਲ ਵਿੱਚ ਆਪਣੇ ਆਪ ਨੂੰ ਘੜਿਆ, ਗੁਰੂ ਸਾਹਿਬ ਨੇ ਜੋ ਮੱਤ ਦਿੱਤੀ ਉਸ ਮੱਤ ਵਿੱਚ ਰਹਿ ਕੇ ਘੜੀਐ ਸ਼ਬਦ ਸੱਚੀ ਟਕਸਾਲ। ਤੁਸੀਂ ਸੱਚ ਦੀ ਟਕਸਾਲ ਵਿੱਚ ਆਪਣੇ ਆਪ ਨੂੰ ਜਦੋਂ ਤੁਸੀਂ ਘੜਿਆ, ਘੜ ਕੇ ਜਦੋਂ ਤੁਸੀਂ ਗੁਰੂ ਨਾਨਕ ਸਾਹਿਬ ਦਾ ਹੀ ਰੂਪ ਹੋ ਗਏ, ਉਸ ਵੇਲੇ ਤੁਹਾਡਾ ਤੀਰਥ ਵੀ ਸੱਚ ਹੈ, ਤੁਹਾਡਾ ਨਾਮ ਇਸ਼ਨਾਨ ਵੀ ਸੱਚ ਹੈ, ਔਰ ਤੁਹਾਡਾ ਜਿਹੜਾ ਭੋਜਨ ਹੈ ਉਹ ਵੀ ਸੱਚ ਹੈ। ਇਸ ਲਈ ਭੱਟ ਗੁਰੂ ਸਾਹਿਬ ਜੀ ਦੀ ਉਸਤਤ ਦੇ ਵਿੱਚ ਇਹ ਉਚਾਰਨ ਕਰਦੇ ਨੇ, ਸੱਚ ਤੀਰਥ। ਗੁਰੂ ਸਾਹਿਬ ਜੀ ਤੁਹਾਡਾ ਜਿਹੜਾ ਤੀਰਥ ਹੈ ਉਹ ਸੱਚ ਪਰਮੇਸ਼ਵਰ ਦਾ ਸੱਚਾ ਨਾਮ ਹੈ। ਹੁਣ ਦੁਨੀਆ ਵਿੱਚ ਤੀਰਥ ਬਹੁਤ ਨੇ,
ਆਮ ਤੌਰ ਤੇ 68 ਤੀਰਥਾਂ ਦੀ ਗੱਲ ਕੀਤੀ ਜਾਂਦੀ ਹੈ ਕਿ 68 ਤੀਰਥਾਂ ਦਾ ਜਿਹੜਾ ਉਹ ਭਰਮਣ ਕਰਨਾ, 68 ਤੀਰਥਾਂ ਤੇ ਜਾਣ ਨਾਲ ਜਨਮ ਸਫਲ ਹੋ ਜਾਂਦਾ ਹੈ। ਪਰ ਸਤਿਗੁਰੂ ਜੀ ਨੇ ਗੁਰਬਾਣੀ ਦੇ ਵਿੱਚ ਸਮਝਾਇਆ ਕਿ 68 ਤੀਰਥਾਂ ਦਾ ਭਰਮਣ ਸਿਰਫ ਸਰੀਰ ਕਰਕੇ ਹੋਏਗਾ। 68 ਤੀਰਥਾਂ ਤੇ ਤੁਹਾਡਾ ਜਾਣਾ ਕੇਵਲ ਤੇ ਕੇਵਲ ਸਰੀਰ ਕਰਕੇ ਹੋਏਗਾ। ਸਰੀਰ ਕਰਕੇ ਆਏ, ਸਰੀਰ ਕਰਕੇ ਚਲੇ ਗਏ, ਪਰ ਤੁਸੀਂ ਉਸ ਤੀਰਥ ਤੇ ਆ ਕੇ ਇਸ਼ਨਾਨ ਕਰੋ ਜਿੱਥੇ ਆਇਆ ਤੁਹਾਡਾ ਜੀਵਨ ਸਫਲ ਹੋ ਜਾਏ, ਤੁਹਾਡਾ ਜਨਮ ਸਫਲ ਹੋ ਜਾਏ, ਤੁਹਾਡੇ ਜਨਮਾਂ ਜਨਮਾਂ ਦੀ ਮੱਲ ਜਿਹੜੀ ਹੈ ਉਹ ਕਿਤੇ ਉਤਰ ਜਾਏ। ਸਰੀਰ ਦੀ ਮੱਲ ਤਾਂ ਉਤਰ ਗਈ, ਪਰ ਜਿਹੜੀ ਭਰੀ ਹੈ ਮਤ ਪਾਪਾਂ ਕੈ ਸੰਗ, ਜਿਹੜੀ ਮਤ ਪਾਪ ਦੀ ਮੈਲ ਨਾਲ ਭਰੀ ਸੀ, ਉਹ ਬਾਹਰ ਦੇ ਤੀਰਥ ਨੇ ਧੋਤੀ ਨਹੀਂ। ਉਦਾਹਰਨਾਂ ਦੇ ਕੇ ਸਮਝਾਇਆ ਕਿ ਬਾਹਰ ਧੋਤੀ ਤੁੰਬੜੀ, ਅੰਦਰ ਵਿਸ਼ ਨਕੋਰ। ਜੇ ਆਪਾਂ ਬਾਹਰੋਂ ਤੁੰਬੜੀ ਨੂੰ ਧੋਈ ਜਾਈਏ ਪਰ ਉਹਦੇ ਅੰਦਰ ਦੀ ਵਿਸ਼, ਉਹਦੇ ਅੰਦਰ ਦੀ ਜ਼ਹਿਰ ਤਾਂ ਨਹੀਂ ਨਿਕਲਦੀ। ਉਹਨੂੰ ਅੰਦਰੋਂ ਜ਼ਹਿਰ ਨੂੰ ਖਤਮ ਕਰਨਾ ਪਏਗਾ। ਇਸੇ ਤਰ੍ਹਾਂ ਬਾਹਰ ਦੇ ਤੀਰਥਾਂ ਤੇ ਜਾਣ ਨਾਲ ਸਰੀਰ ਦੀ ਮੱਲ ਤਾਂ ਉਤਰ ਸਕਦੀ ਹੈ, ਸਰੀਰ ਤੇ ਪ੍ਰਭਾਵ ਤਾਂ ਪੈ ਸਕਦਾ ਹੈ, ਪਰ ਮਨ ਤੇ ਮਤ ਤੇ ਕਿਸ ਤਰ੍ਹਾਂ ਪ੍ਰਭਾਵ ਪਏਗਾ। ਇਸ ਲਈ ਉਸ ਤੀਰਥ ਤੇ ਹੀ ਆਉਣਾ ਪਏਗਾ ਜਿਸ ਤੀਰਥ ਤੇ ਆਇਆ ਸਾਡੇ ਮਨ ਦੀ ਮੈਲ ਔਰ ਸਾਡੇ ਮਤ ਦੀ ਮੈਲ ਨਿਕਲ ਜਾਏ। ਉਹ ਤੀਰਥ ਕਿਹੜਾ ਸੀ? ਉਹ ਸਭ ਤੋਂ ਵੱਡਾ ਤੀਰਥ ਸੀ। ਇੰਨਾ ਵੱਡਾ ਉਹ ਤੀਰਥ ਹੈ ਕਿ ਜਿਹਦੇ ਵਿੱਚ 68 ਤੀਰਥ ਵੀ ਸਮਾ ਜਾਂਦੇ ਨੇ। ਤੇ ਸਾਹਿਬ ਕਹਿੰਦੇ ਤੂੰ ਇੱਕ ਤੀਰਥ ਤੇ ਹੀ ਜਿਹੜਾ ਉਹ ਸਭ ਤੋਂ ਵੱਡਾ ਜਿਹੜਾ ਤੀਰਥ ਉਹਦੇ ਤੇ ਆ। ਜਦੋਂ ਤੂੰ ਆ ਕੇ ਆਪਣੇ ਮਤ ਦੀ ਮਨ ਦੀ ਮੈਲ ਨੂੰ ਉਤਾਰੇਗਾ, ਤੈਨੂੰ 68 ਤੀਰਥਾਂ ਦਾ ਫਲ ਇੱਕ ਥਾਂ ਤੇ ਹੀ ਮਿਲ ਜਾਣਾ। ਇੱਕ ਥਾਂ ਤੇ ਹੀ ਤੈਨੂੰ ਉਹਦੀ ਪ੍ਰਾਪਤੀ ਹੋ ਜਾਏਗੀ। ਉਹ ਹੈ ਤੀਰਥ ਨਾਵਣ ਜਾਓ, ਤੀਰਥ ਨਾਮ ਹੈ। ਉਹ ਨਾਮ ਦਾ ਤੀਰਥ, ਸੱਚ ਨਾਮ ਦਾ, ਸੱਚੇ ਨਾਮ ਦਾ ਤੀਰਥ ਹੈ, ਜਿਹਦੇ ਵਿੱਚ ਤਨ ਦੀ ਚੁੱਭੀ ਨਹੀਂ ਲੱਗਦੀ, ਜਿਹਦੇ ਵਿੱਚ ਮਨ ਦੀ ਚੁੱਭੀ ਲੱਗਦੀ ਹੈ। ਜਿਹੜਾ ਇਹ ਸਭ ਤੋਂ ਵੱਡਾ ਤੀਰਥ ਹੈ ਨਾਮ ਦਾ, ਕਹਿਣ ਲੱਗੇ ਇਹ ਨਾਮ ਦੇ ਤੀਰਥ ਵਿੱਚ ਤੂੰ ਮਨ ਦਾ ਇਸ਼ਨਾਨ ਕਰਨਾ ਹੈ, ਇੱਥੇ ਤਨ ਦਾ ਇਸ਼ਨਾਨ ਨਹੀਂ। ਜਦੋਂ ਅਸੀਂ ਮਨ ਦਾ ਇਸ਼ਨਾਨ ਨਾਮ ਦੇ ਤੀਰਥ ਤੇ ਕਰਾਂਗੇ ਤੇ ਜਨਮ ਜਨਮ ਦੀ ਲੱਗੀ ਹੋਈ ਮੱਲ ਧੋਤੀ ਜਾਏਗੀ। ਜਦੋਂ ਮੱਲ ਸਾਡੇ ਮਨ ਦੀ ਧੋਤੀ ਗਈ, ਮਨ ਜਿਹੜਾ ਵਿਕਾਰਾਂ ਦੀ ਮੈਲ ਤੋਂ ਰਹਿਤ ਹੋ ਗਿਆ, ਇਹਨੂੰ 68 ਤੀਰਥਾਂ ਦਾ ਫਲ ਇੱਥੇ ਹੀ ਮਿਲ ਜਾਣਾ। ਇਸ ਲਈ ਕਹਿ ਰਹੇ ਨੇ ਕਿ ਗੁਰੂ ਅੰਗਦ ਦੇ ਮਹਾਰਾਜ ਜੀ ਤੁਸੀਂ ਪਹਿਲਾਂ ਬਾਹਰ ਦੀਆਂ ਯਾਤਰਾਵਾਂ ਕਰਦੇ ਰਹੇ। ਬਾਹਰ ਦਾ ਤੀਰਥ ਪਹਿਲਾਂ ਹੋਰ ਸੀ, ਪਰ ਜਿੱਦਣ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਸਮਝ ਆਈ, ਉਸ ਦਿਨ ਤੁਹਾਡਾ ਜਿਹੜਾ ਤੀਰਥ ਸੀ ਉਹ ਨਾਮ ਬਣ ਗਿਆ। ਤੁਸੀਂ ਨਾਮ ਦੇ ਤੀਰਥ ਤੇ ਇਸ਼ਨਾਨ ਜਿਹੜਾ ਉਹ ਕੀਤਾ ਤੇ ਤੁਹਾਡਾ ਜਿਹੜਾ ਇਸ਼ਨਾਨ ਸੀ ਉਹ ਵੀ ਸੱਚਾ ਨਾਮ ਬਣ ਗਿਆ। ਅਸੀਂ ਨਾਮ ਦੇ ਵਿੱਚ ਇਸ਼ਨਾਨ ਕਰਨਾ। ਜਿਹੜਾ ਤਨ ਦਾ ਇਸ਼ਨਾਨ ਹੈ ਉਹ ਤਾਂ ਘਰ ਵਿੱਚ ਵੀ ਬੈਠ ਕੇ ਹੋ ਜਾਂਦਾ ਹੈ। ਜਿੰਨੇ ਵੀ ਆਪਾਂ ਆਏ ਹਾਂ ਉਹ ਤਨ ਦਾ ਇਸ਼ਨਾਨ ਕਰਕੇ ਹੀ ਆਏ ਹਾਂ। ਉਹ ਸਾਡੇ ਵੱਸ ਸੀ, ਕਿਉਂਕਿ ਤਨ ਦਾ ਇਸ਼ਨਾਨ ਪਾਣੀ ਨਾਲ ਹੋ ਸਕਦਾ ਹੈ, ਪਰ ਮਨ ਦਾ ਇਸ਼ਨਾਨ ਬਾਣੀ ਦੇ ਨਾਲ ਹੋਣਾ। ਜਿੰਨਾ ਚਿਰ ਸਾਡੇ ਕੋਲ ਅੰਮ੍ਰਿਤ ਬਾਣੀ ਨਹੀਂ ਹੋਏਗੀ, ਅਸੀਂ ਮਨ ਦਾ ਇਸ਼ਨਾਨ ਨਹੀਂ ਕਰ ਸਕਦੇ। ਜਿਵੇਂ ਕਹਿੰਦੇ ਆ ਵੀ ਪਾਣੀ ਨਹੀਂ ਹੈ ਤੇ ਪਾਣੀ ਤੋਂ ਬਿਨਾਂ ਅਸੀਂ ਇਸ਼ਨਾਨ ਕਿਵੇਂ ਕਰੀਏ? ਪਾਣੀ ਹੋਏਗਾ ਤੇ ਇਸ਼ਨਾਨ ਹੋਏਗਾ। ਸਾਹਿਬ ਕਹਿੰਦੇ ਇਸੇ ਤਰ੍ਹਾਂ ਗੁਰਬਾਣੀ ਅੰਮ੍ਰਿਤ ਬਾਣੀ ਹੋਏਗੀ ਤਾਂ ਹੀ ਤੂੰ ਮਨ ਦਾ ਇਸ਼ਨਾਨ ਕਰੇਗਾ। ਜੇ ਪਾਣੀ ਤੋਂ ਬਿਨਾਂ ਸਰੀਰ ਦਾ ਇਸ਼ਨਾਨ ਨਹੀਂ ਤਾਂ ਗੁਰਬਾਣੀ ਤੋਂ ਬਿਨਾਂ ਮਨ ਦਾ ਇਸ਼ਨਾਨ ਨਹੀਂ। ਇਸ ਲਈ ਮਨ ਦੇ ਇਸ਼ਨਾਨ ਵਾਸਤੇ ਗੁਰਬਾਣੀ ਦਾ ਹੋਣਾ ਵੀ ਜ਼ਰੂਰੀ ਹੈ।
ਤੋ ਗੁਰੂ ਅੰਗਦ ਦੇਵ ਮਹਾਰਾਜ ਪਾਤਸ਼ਾਹ ਜੀ ਜਦੋਂ ਤੁਸੀਂ ਭਾਈ ਲਹਿਣਾ ਤੋਂ ਗੁਰੂ ਅੰਗਦ ਦੇਵ ਜੀ ਦਾ ਰੂਪ ਬਣ ਗਏ ਤੇ ਤੁਹਾਡਾ ਜਿਹੜਾ ਤੀਰਥ ਸੀ ਉਹੀ ਪਰਮੇਸ਼ਵਰ ਦਾ ਸੱਚਾ ਨਾਮ ਬਣ ਗਿਆ। ਜਾਂ ਇਸ ਤੋਂ ਪਹਿਲਾਂ ਜੋ ਆਪ ਜੀ ਨੇ ਕੱਲ ਦੀ ਵਿਚਾਰ ਨਾਲ ਸਾਂਝ ਪਾਈ ਉਹਦੇ ਵਿੱਚ ਭੱਟ ਜਨ ਨੇ ਇਹ ਸਮਝਾਉਣ ਦਾ ਯਤਨ ਕੀਤਾ ਸੀ ਕਿ ਦਰਸ਼ਨ ਪਰਸੇ ਐ ਗੁਰੂ ਕੈ 860 ਮੱਜਨ ਹੋਏ। 8 + 60 68। ਮੱਜਨ ਦਾ ਅਰਥ ਹੁੰਦਾ ਚੁੱਭੀ ਲਾਉਣੀ। ਕਹਿਣ ਲੱਗੇ 68 ਤੀਰਥਾਂ ਦੀ ਚੁੱਭੀ ਇੱਕ ਥਾਂ ਉੱਤੇ ਹੀ ਲੱਗ ਜਾਂਦੀ ਹੈ। ਹੁਣ ਹਿਸਾਬ ਲਾਓ ਬਾਹਰ ਦਾ ਸਾਡਾ ਜਿਹੜਾ ਸਿਸਟਮ ਹੈ, ਜੀਵਨ ਜਿਹੜਾ ਅਸੀਂ ਜੀ ਰਹੇ ਹਾਂ, ਉਹ ਮਾਇਆਵੀ ਤਲ ਤੇ ਹੈ। ਇੱਕ ਤੀਰਥ ਤੇ ਜਾਣਾ ਹੋਵੇ ਤੇ ਬੰਦਾ ਕਹਿੰਦਾ ਕਿੰਨਾ ਖਰਚ ਹੋਏਗਾ, ਕਿੰਨਾ ਸਫ਼ਰ ਕਰਨਾ ਪਏਗਾ, ਕਿੰਨਾ ਧਨ ਉਹਦੇ ਵਿੱਚ ਖਰਚ ਹੋਏਗਾ, ਆਉਣ ਜਾਣ ਵਾਸਤੇ ਪ੍ਰਬੰਧ ਕਰਨਾ ਪਏਗਾ। ਫਿਰ ਇੱਕ ਤੀਰਥ ਤੇ ਹੋ ਕੇ ਵਾਪਸ ਆਓ ਤੇ ਸਰੀਰ ਜਵਾਬ ਦੇ ਜਾਂਦਾ ਹੈ ਵੀ ਇੰਨਾ ਲੰਬੇਰਾ ਸਫ਼ਰ, ਸਰੀਰ ਥਕਾਵਟ ਮਹਿਸੂਸ ਕਰਦਾ ਹੈ ਕਿਉਂਕਿ ਅੱਜ ਦੇ ਸਾਡੇ ਸਰੀਰ ਵੀ ਉਦਾਂ ਦੇ ਨੇ। ਦੂਜੀ ਗੱਲ ਮਾਇਆਵੀ ਤਲ, ਇੱਕ ਸਰੀਰ ਉਸ ਤਰ੍ਹਾਂ ਦਾ, ਦੂਜਾ ਮਾਇਆਵੀ ਸਾਡੀ ਖੇਡ ਉਸ ਤਰ੍ਹਾਂ ਦੀ ਹੈ ਤੇ ਬੰਦਾ ਕਹਿੰਦਾ ਵੀ ਇੱਕ ਤੇ ਹੀ ਮਸਾਂ ਗਿਆ ਤੇ ਦੂਜੇ ਤੇ ਕਦੋਂ ਜਾਵਾਂਗਾ, ਦੂਜੇ ਤੀਰਥ ਤੇ ਜਾਣ ਦੀ ਵਾਰੀ ਕਦੋਂ ਆਏਗੀ, ਫਿਰ ਤੀਜੇ ਤੇ ਕਦੋਂ ਆਏਗੀ, ਕਿੱਥੇ ਜਾ ਕੇ 68 ਤੀਰਥ ਹੋਣਗੇ, ਇੱਥੇ ਤੇ ਜ਼ਿੰਦਗੀ ਦਾ ਪਲ ਦਾ ਭਰੋਸਾ ਨਹੀਂ। ਪਰ ਜੇ ਅਸੀਂ ਪੂਰੇ ਗੁਰੂ ਦੇ ਦਰਸ਼ਨ ਕਰ ਲਈਏ, ਪੂਰੇ ਗੁਰੂ ਦਾ ਦੀਦਾਰ ਕਰ ਲਈਏ ਤਾਂ ਸਾਨੂੰ 860 ਮੱਜਨ ਹੋਏ, 68 ਤੀਰਥਾਂ ਦੀ ਚੁੱਭੀ ਦੀ ਜਿਹੜੀ ਹੈ ਉਹ ਪ੍ਰਾਪਤੀ, ਉਹਦਾ ਫਲ ਜਿਹੜਾ ਸਾਨੂੰ ਪ੍ਰਾਪਤ ਹੋ ਜਾਏਗਾ। ਕਿਸ ਤਰ੍ਹਾਂ? ਸਾਨੂੰ ਪੂਰੇ ਗੁਰੂ ਦੇ ਦਰ ਤੇ ਆਉਣਾ ਪਏਗਾ। ਔਰ ਜੋ ਸਾਨੂੰ ਗੁਰੂ ਰੂਪ ਵਿੱਚ ਗੁਰਬਾਣੀ, ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ, ਗੁਰੂ ਨਿਸਤਾਰੇ। ਜਦੋਂ ਅਸੀਂ ਜਿੱਥੇ ਅਸੀਂ ਆਏ ਹਾਂ, ਬੈਠੇ ਹਾਂ, ਇਹ ਸਾਡੇ ਵਾਸਤੇ ਤੀਰਥ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ। ਅਸੀਂ ਇਸ ਬਹੁਤ ਵੱਡੇ ਤੀਰਥ ਦੇ ਕਿਨਾਰੇ ਤੇ ਆ ਕੇ ਬੈਠੇ ਹਾਂ ਔਰ ਇਸ ਕਥਾ ਕੀਰਤਨ ਦੇ ਰਾਹੀਂ ਜਿਹੜਾ ਇਸ਼ਨਾਨ ਸਾਡੇ ਮਨ ਦਾ ਕੀਤਾ ਕਰਵਾਇਆ ਜਾ ਰਿਹਾ ਹੈ। ਜਿਨ੍ਹਾਂ ਨੇ ਪੂਰੇ ਗੁਰੂ ਦਾ ਦੀਦਾਰ ਗੁਰਬਾਣੀ ਨਾਲ ਜੁੜ ਕੇ ਕੀਤਾ, ਸੱਚੇ ਨਾਮ ਨਾਲ ਜੁੜ ਕੇ ਕੀਤਾ, 860 ਮੱਜਨ ਹੋਏ, ਉਹਨਾਂ ਨੂੰ 68 ਤੀਰਥਾਂ ਦੇ ਇਸ਼ਨਾਨ ਦਾ ਫਲ ਮਿਲਦਾ ਹੈ। ਇਸ ਲਈ ਗੁਰੂ ਸਾਹਿਬ ਜੀ ਤੁਸੀਂ ਆਪਣਾ ਜਿਹੜਾ ਤੀਰਥ ਸੀ ਉਹ ਸੱਚ ਨੂੰ ਬਣਾ ਲਿਆ। ਸੱਚ ਦੇ ਫਿਰ ਅਰਥ ਕਰਦਿਆਂ, ਸੱਚ ਦਾ ਅਰਥ ਹੈ ਸਦੀਵੀ, ਕਦੇ ਵੀ ਨਾਸ਼ ਨਾ ਹੋਣ ਵਾਲਾ, ਕਦੇ ਵੀ ਮੈਲਾ ਨਾ ਹੋਣ ਵਾਲਾ। ਪਰਮੇਸ਼ਵਰ ਦਾ ਨਾਮ, ਸੱਚੀ ਬਾਣੀ, ਇਹ ਪਾਕ ਪਵਿੱਤਰ ਬਾਣੀ ਹੈ, ਇਹ ਪਾਕ ਪਵਿੱਤਰ ਨਾਮ ਹੈ ਜਿਹੜਾ ਸਾਡੇ ਮੈਲੇ ਮਨ ਨੂੰ ਪਵਿੱਤਰ ਕਰਨ ਵਾਲਾ ਹੈ। ਪਰ ਪਰਮੇਸ਼ਵਰ ਦਾ ਨਾਮ ਮੈਲਾ ਨਹੀਂ ਹੁੰਦਾ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਇਹ ਨਾਮ ਨਿਰਅੰਜਨ, ਅੰਜਨ ਤੋਂ ਰਹਿਤ ਪਵਿੱਤਰ ਨਾਮ ਹੈ, ਜਿਨ੍ਹਾਂ ਸਾਡੇ ਮਨ ਨੂੰ ਪਵਿੱਤਰ ਕਰਨਾ, ਸਾਡੀ ਸੋਚ, ਸਾਡੀ ਵਿਚਾਰ ਨੂੰ ਪਵਿੱਤਰ ਕਰਨਾ। ਤੋ ਗੁਰੂ ਸਾਹਿਬ ਜੀ ਤੁਸੀਂ ਆਪਣਾ ਤੀਰਥ ਜਿਹੜਾ ਉਹ ਸੱਚ ਨੂੰ ਬਣਾ ਲਿਆ। ਸੱਚ ਤੀਰਥ ਸੱਚ ਇਸ਼ਨਾਨ, ਤੇ ਤੁਹਾਡਾ ਇਸ਼ਨਾਨ ਵੀ ਸੱਚ ਪਰਮੇਸ਼ਵਰ ਦਾ ਸਦੀਵੀ ਨਾਮ ਜਿਹੜਾ ਹੈ ਉਹ ਸੱਚਾ ਨਾਮ, ਉਹੀ ਤੁਹਾਡੇ ਵਾਸਤੇ ਇਸ਼ਨਾਨ ਹੈ। ਜਦੋਂ ਸੰਸਾਰ ਦੀ ਹਾਲਤ ਵੇਖਦੇ ਆ ਨਾ, ਕਿਉਂਕਿ ਦੋਵੇਂ ਪੱਖ ਰੱਖ ਕੇ ਚੱਲਣਾ ਪੈਣਾ ਕਿ ਅਸੀਂ ਕਿੱਥੇ ਖਲੋਤੇ ਆ ਔਰ ਜਿਨ੍ਹਾਂ ਦੀ ਉਸਤਤ ਕਰ ਰਹੇ ਆ ਉਹ ਕਿੱਥੇ ਖਲੋਤੇ ਨੇ, ਜਾਂ ਗੁਰਬਾਣੀ ਵਿੱਚ ਸਾਨੂੰ ਕਿਹੜਾ ਮਾਰਗ ਦੱਸਿਆ ਗਿਆ ਔਰ ਅਸੀਂ ਕਿਹੜੇ ਮਾਰਗ ਤੇ ਤੁਰ ਰਹੇ ਹਾਂ। ਜਦੋਂ ਆ ਬਾਹਰ ਦੇ 12 ਮਹੀਨਿਆਂ ਦੀ ਗੱਲ ਚੱਲਦੀ ਹੈ ਤਾਂ ਬੜੇ ਤਰ੍ਹਾਂ ਦੇ ਭਰਮ ਜਿਹੜੇ ਆ ਉਹ ਸਾਡੇ ਅੰਦਰ ਪਾਲ ਕੇ ਸਾਨੂੰ ਦੇ ਦਿੱਤੇ ਗਏ
ਕਿ ਤੁਸੀਂ ਇਸ ਮਹੀਨੇ ਫਲਾਣੇ ਤੀਰਥ ਤੇ ਜਾਣਾ, ਇਸ ਮਹੀਨੇ ਫਲਾਣੇ ਤੀਰਥ ਤੇ ਜਾਣਾ, ਉੱਥੇ ਜਾਣ ਦਾ ਬੜਾ ਮਹਾਤਮ ਹੈ, ਪਰ ਸਾਡੇ ਕੋਲ ਐਡਾ ਵੱਡਾ ਤੀਰਥ ਹੈ ਜਿੱਥੇ ਕਹਿੰਦੇ ਨੇ ਤੂੰ ਹਰ ਦਿਨ ਆ ਕੇ ਜਿਹੜਾ ਉਹ ਮਨ ਦਾ ਇਸ਼ਨਾਨ ਕਰ, ਤੈਨੂੰ ਸਾਰੇ ਫਲ ਦੀ ਪ੍ਰਾਪਤੀ ਹੋ ਜਾਏਗੀ। ਗੁਰੂ ਅਰਜਨ ਦੇਵ ਮਹਾਰਾਜ ਨੇ 12 ਮਾਹਾਂ ਦੇ ਵਿੱਚ ਦੱਸਿਆ, ਸਾਹਿਬ ਕਹਿੰਦੇ ਮਾਗ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ, ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ। ਤੇਰੇ ਜਨਮ ਦੇ ਕਰਮ ਦੀ ਕੀਤੀ ਹੋਈ ਮਲ ਉਤਰ ਜਾਏਗੀ ਔਰ ਤੇਰੇ ਅੰਦਰੋਂ ਗੁਮਾਨ ਵੀ ਨਿਕਲ ਜਾਏਗਾ। ਜਿਹੜਾ ਬਾਹਰ ਤੀਰਥ ਵੱਖ-ਵੱਖ ਥਾਵਾਂ ਤੇ ਬਣਿਆ ਹੋਇਆ, ਉੱਥੇ ਜਦੋਂ ਤੂੰ ਜਾ ਕੇ ਆਏਗਾ ਤੇ ਤੇਰੇ ਅੰਦਰ ਗੁਮਾਨ ਭਰਿਆ ਹੋਏਗਾ, ਤੇਰੇ ਅੰਦਰ ਹੰਕਾਰ ਭਰਿਆ ਹੋਏਗਾ ਕਿ ਮੈਂ ਇੰਨੀ ਵਾਰ ਗਿਆ, ਇੰਨੀ ਵਾਰ ਜਾ ਆਇਆ, ਇੰਨੀ ਵਾਰ ਮੈਂ ਉੱਥੇ ਜਾ ਕੇ ਧਨ ਪੁੰਨ ਕਰ ਆਇਆ। ਉਹ ਫਿਰ ਹੰਕਾਰ ਦਾ ਕਾਰਨ ਬਣ ਗਿਆ। ਜੇ ਹੰਕਾਰ ਦਾ ਕਾਰਨ ਬਣ ਗਿਆ, ਗਏ ਤਾਂ ਹੌਲੇ ਹੋਣ ਵਾਸਤੇ ਸੀ ਪਰ ਭਾਰੇ ਹੋ ਕੇ ਆ ਗਏ, ਗਏ ਤੇ ਆਪਣੇ ਵਿਕਾਰਾਂ ਦਾ ਬੋਝ ਲਾਉਣ ਵਾਸਤੇ ਸੀ ਪਰ ਉਤੋਂ ਅਸੀਂ ਹੋਰ ਹੰਕਾਰ ਦਾ ਬੋਝ ਲੈ ਕੇ ਆ ਗਏ। ਬਾਹਰ ਦਾ ਤੀਰਥ ਜਿਹੜਾ ਹੈ ਉਹਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਤੀਰਥ ਬਰਤ ਅਰਦਾਨ ਕਰ, ਮਨ ਮੈਂ ਧਰੈ ਗੁਮਾਨ, ਨਾਨਕ ਨਿਫਲ ਜਾਤ ਤੈ ਜਿਉ ਕੁੰਚਰ ਇਸ਼ਨਾਨ। ਬਾਹਰ ਦਾ ਤੀਰਥ ਕਿਤੇ ਗੁਮਾਨ ਬਣ ਗਿਆ ਤੇ ਫਿਰ ਨਿਫਲ ਹੋ ਜਾਏਗਾ ਕਰਮ। ਇਸ ਲਈ ਕਹਿ ਰਹੇ ਨੇ ਕਿ ਤੁਸੀਂ ਸੱਚ ਨੂੰ ਤੀਰਥ ਬਣਾਓ, ਸੱਚ ਨੂੰ ਇਸ਼ਨਾਨ ਬਣਾਓ ਔਰ ਇਸ ਸੱਚ ਦੇ ਤੀਰਥ ਤੇ ਸੱਚ ਦਾ ਇਸ਼ਨਾਨ ਕਰਕੇ ਔਰ ਆਪਣੀ ਖੁਰਾਕ ਜਿਹੜੀ ਹੈ ਉਹ ਵੀ ਸੱਚ ਦੀ ਬਣਾਓ, ਜਿਹਦੇ ਵਿੱਚ ਵਿਕਾਰ ਪੈਦਾ ਨਹੀਂ ਹੋਣਗੇ। ਜਦੋਂ ਅਸੀਂ ਸੱਚੇ ਨਾਮ ਦਾ ਭੋਜਨ ਛਕਾਂਗੇ ਤਾਂ ਸਾਡੇ ਅੰਦਰ ਕਈ ਪ੍ਰਕਾਰ ਦੇ ਜਿਹੜੇ ਵਿਕਾਰਾਂ ਦਾ ਰਸ ਹੈ ਉਹ ਖਤਮ ਹੋ ਜਾਏਗਾ, ਅੰਮ੍ਰਿਤ ਦਾ ਰਸ ਸਾਡੇ ਅੰਦਰ ਪੈਦਾ ਹੋਏਗਾ। ਕਈ ਤਰ੍ਹਾਂ ਦੇ ਵਿਕਾਰ ਜਿਹੜੇ ਨੇ ਉਹ ਅੰਦਰੋਂ ਉਹਨਾਂ ਦੇ ਰੋਗ ਖਤਮ ਹੋ ਜਾਣਗੇ। ਤੇ ਜਿਹੜੇ ਭੋਜਨ ਅਸੀਂ ਬਹਿਰੂਨੀ ਤਲ ਤੇ ਖਾਂਦੇ ਆ ਉਹਦੇ ਕਈ ਤਰ੍ਹਾਂ ਦੇ ਰੋਗ ਸਾਨੂੰ ਲੱਗਦੇ। ਔਰ ਬਾਹਰ ਦਾ ਤੇ ਸਿਸਟਮ ਹੀ ਅੱਜ ਇਦਾਂ ਦਾ ਹੈ ਕਿ ਜਿੰਨੀ ਭੁੱਖ ਹੈ ਬਸ ਉਹਦੇ ਨਾਲੋਂ ਘੱਟ ਹੀ ਤੁਸੀਂ ਭੋਜਨ ਖਾਣਾ, ਉਹ ਨਾ ਉਨਾ ਭੋਜਨ ਖਾਣਾ ਨਾ ਵੱਧ ਖਾਣਾ, ਨਹੀਂ ਤੇ ਕਈ ਤਰ੍ਹਾਂ ਦੇ ਰੋਗ ਲੱਗ ਜਾਣਗੇ। ਪਰ ਇੱਥੇ ਤਾਂ ਕਹਿੰਦੇ ਨੇ ਰੱਜ ਰੱਜ ਭੋਜਨ ਖਾਵੋ ਮੇਰੇ ਭਾਈ, ਮੇਰੇ ਭਾਈ ਮੇਰੇ ਭਰਾਵੋ, ਰੱਜ ਰੱਜ ਕੇ ਖਾਓ ਜਿੰਨਾ ਖਾ ਸਕਦੇ ਹੋ। ਇਹ ਜਿਹੜਾ ਤੁਹਾਨੂੰ ਥਾਲ ਵਿੱਚ ਪਰੋਸ ਕੇ ਭੋਜਨ ਦਿੱਤਾ ਗਿਆ ਨਾ, ਇਹ ਸੱਚੇ ਨਾਮ ਦਾ ਭੋਜਨ ਹੈ। ਇਹਨੂੰ ਜਦੋਂ ਤੁਸੀਂ ਮਨ ਕਰਕੇ ਛਕੋਗੇ ਤਾਂ ਤੁਹਾਡੇ ਅੰਦਰ ਦੇ ਕਈ ਰੋਗ ਖਤਮ ਹੋ ਜਾਣਗੇ। ਬਾਹਰ ਦਾ ਭੋਜਨ ਜਿਹੜਾ ਹੈ ਉਹ ਅੱਜ ਸਾਨੂੰ ਪਤਾ ਹੀ ਹੈ, ਮਿਲਾਵਟ ਤੋਂ ਰਹਿਤ ਤਾਂ ਕੁਝ ਵੀ ਨਹੀਂ, ਸਪਰੇਅ ਤੋਂ ਬਿਨਾ, ਦਵਾਈ ਤੋਂ ਬਿਨਾ ਤੇ ਕੁਝ ਵੀ ਨਹੀਂ ਹੈ। ਅਸੀਂ ਅਸਲ ਵਿੱਚ ਜ਼ਹਿਰੀਲੀਆਂ ਦਵਾਈਆਂ ਹੀ ਭੋਜਨ ਦੇ ਰੂਪ ਵਿੱਚ ਖਾ ਕੇ ਕਈ ਤਰ੍ਹਾਂ ਦੇ ਰੋਗ ਤੇ ਬਿਮਾਰੀਆਂ ਅੰਦਰ ਲਾ ਰਹੇ ਹਾਂ। ਕਹਿਣ ਲੱਗੇ ਆਹ ਜਿਹੜਾ ਭੋਜਨ ਤੁਸੀਂ ਗੁਰਬਾਣੀ ਦਾ ਛਕਣਾ ਹੈ ਨਾ, ਸੱਚੇ ਨਾਮ ਦਾ, ਇਹਨੇ ਤੁਹਾਡੇ ਅੰਦਰ ਕਈ ਪ੍ਰਕਾਰ ਦੇ ਰੋਗ ਜਿਹੜੇ ਆ ਉਹ ਖਤਮ ਕਰਕੇ ਤੁਹਾਨੂੰ ਆਰੋਗ ਕਰ ਦੇਣਾ। ਗੁਰੂ ਅੰਗਦ ਦੇਵ ਮਹਾਰਾਜ ਜੀ, ਤੁਸੀਂ ਗੁਰੂ ਨਾਨਕ ਸਾਹਿਬ ਦੇ ਘਰ ਆ ਕੇ ਸੱਚ ਤੀਰਥ, ਸੱਚ ਇਸ਼ਨਾਨ ਅਰ ਭੋਜਨ ਭਾਓ ਸੱਚ। ਤੁਸੀਂ ਕੀ ਕੀਤਾ? ਭੋਜਨ ਭਾਓ। ਭਾਓ ਦਾ ਅਰਥ ਹੁੰਦਾ ਭਾਵਨਾ, ਭਾਓ ਦਾ ਅਰਥ ਹੁੰਦਾ ਪ੍ਰੇਮ, ਭਾਓ ਦਾ ਅਰਥ ਹੁੰਦਾ ਪਿਆਰ। ਤੁਸੀਂ ਪਿਆਰ ਵਾਲਾ ਜਿਹੜਾ ਇਹ ਭੋਜਨ ਸੀ ਸੱਚ ਨਾਮ ਦਾ, ਉਹਨੂੰ ਆਪਣੇ ਜੀਵਨ ਦੀ ਖੁਰਾਕ ਬਣਾ ਲਿਆ। ਔਰ ਸੱਚ ਜਿਹੜਾ ਇਸ਼ਨਾਨ ਸੀ ਸੱਚੇ ਨਾਮ ਦਾ, ਉਹ ਤੁਸੀਂ ਆਪਣੇ ਜੀਵਨ ਵਿੱਚ ਬਣਾ ਲਿਆ। ਔਰ ਤੀਰਥ ਜਿਹੜਾ ਸੀ ਸੱਚੇ ਨਾਮ ਦਾ, ਉਹਨੂੰ ਤੁਸੀਂ ਆਪਣੇ ਜੀਵਨ ਦੇ ਅੰਦਰ ਬਣਾ ਲਿਆ। ਔਰ ਤੁਸੀਂ ਸਦਾ ਸੱਚ, ਪਾਖੰਤ ਦਾ ਅਰਥ ਹੁੰਦਾ ਹੈ ਪਾਖੰਤ, ਪਾਖੰਤ ਮੈਨੇ ਬੋਲਣਾ, ਇੱਥੇ ਅਰਥ ਪਾਖੰਤ ਦਾ ਕਰਾਂਗੇ ਜਪਣਾ। ਤੁਸੀਂ ਸਦਾ ਹੀ ਸੱਚ, ਸੱਚੇ ਨਾਮ ਨੂੰ ਜਪਿਆ।
ਤੇ ਸਾਨੂੰ ਵੀ ਇਹੀ ਗੁਰਬਾਣੀ ਵਿੱਚ ਮੈਸੇਜ ਦਿੱਤਾ, ਜਪ ਮਨ ਸਤਨਾਮ ਸਦਾ। ਸਤਨਾਮ ਤੁਸੀਂ ਸਦੀਵੀ ਸੱਚੇ ਨਾਮ ਨੂੰ ਜਪਣਾ ਕੀਤਾ ਹੈ। ਇਹਦੇ ਨਾਲ ਕੀ ਹੋਇਆ? ਸੋ ਹੈ ਜਿਹਦੇ ਨਾਲ ਤੁਹਾਡਾ ਜੀਵਨ ਵੀ ਸੋਹਣਾ ਹੋ ਗਿਆ, ਸ਼ੋਭਾ ਵਾਲਾ ਹੋ ਗਿਆ। ਤੇ ਗੁਰੂ ਸਾਹਿਬ ਜੀ ਹਰ ਥਾਂ ਉੱਤੇ 4 ਚੁਫੇਰੇ ਤੁਹਾਡੀ ਸ਼ੋਭਾ ਹੋ ਰਹੀ ਹੈ। ਉਹ ਸ਼ੋਭਾ ਦਾ ਕਾਰਨ ਕੀ ਸੀ? ਤੁਹਾਡੀ ਸ਼ੋਭਾ ਕਿਉਂ ਹੋਣ ਲੱਗ ਪਈ? ਤੁਹਾਡੀ ਵਡਿਆਈ ਕਿਉਂ ਹੋਣ ਲੱਗ ਪਈ? ਤੁਹਾਡੀ ਸ਼ੋਭਾ, ਤੁਹਾਡੀ ਜਿਹੜੀ ਵਡਿਆਈ ਹੈ, ਉਹਦਾ ਕਾਰਨ ਇਹ ਹੈ ਕਿ ਤੁਸੀਂ ਭੋਜਨ ਭਾਉ ਦਾ, ਪ੍ਰੇਮ ਵਾਲਾ ਭੋਜਨ ਜਿਹੜਾ ਸੱਚੇ ਨਾਮ ਦਾ ਸੀ, ਉਹਨੂੰ ਆਪਣੀ ਖੁਰਾਕ ਬਣਾ ਲਿਆ। ਔਰ ਸੱਚੇ ਨਾਮ ਦਾ ਤੀਰਥ ਜਿਹੜਾ ਸੀ ਉਹਦੇ ਨਾਲ ਜੁੜ ਕੇ ਤੁਸੀਂ ਸੱਚੇ ਨਾਮ ਦਾ ਹੀ ਇਸ਼ਨਾਨ ਆਪਣੇ ਜੀਵਨ ਦੇ ਅੰਦਰ ਕੀਤਾ ਹੈ। ਇਸੇ ਕਰਕੇ 4 ਚੁਫੇਰੇ ਸਤਿਗੁਰੂ ਜੀ ਤੁਹਾਡੀ ਸ਼ੋਭਾ ਹੋ ਰਹੀ ਹੈ। ਤੁਹਾਡਾ ਜੀਵਨ ਜਿਹੜਾ ਹੈ ਉਹ ਸ਼ੁਭ ਗੁਣਾਂ ਨਾਲ ਭਰਪੂਰ ਹੋ ਗਿਆ ਹੈ। ਇਹ ਉਸਤਤ ਕਰਦਿਆਂ ਭੱਟ ਸਤਿਗੁਰੂ ਜੀ ਦੀ ਵਡਿਆਈ ਵਿੱਚ ਉਚਾਰਨ ਕਰਦੇ ਹਨ। ਸੱਚ ਪਾਇਓ ਗੁਰ ਸ਼ਬਦ, ਸੱਚ ਨਾਮ ਸੰਗਤੀ ਬੋਹੈ। ਹੁਣ ਧਿਆਨ ਲਾ ਕੇ ਸਮਝਿਓ ਕਿ ਗੁਰੂ ਅੰਗਦ ਦੇਵ ਮਹਾਰਾਜ ਜੀ ਸੱਚ ਹੀ ਤੀਰਥ ਬਣ ਗਿਆ, ਸੱਚ ਹੀ ਇਸ਼ਨਾਨ ਬਣ ਗਿਆ, ਔਰ ਸੱਚਾ ਪ੍ਰੇਮ ਦਾ ਭੋਜਨ ਜਿਹੜਾ ਸੀ ਉਹ ਤੁਹਾਡੀ ਜ਼ਿੰਦਗੀ ਦੀ ਖੁਰਾਕ ਜਿਹੜੀ ਹੈ ਉਹ ਬਣ ਗਈ। ਸਦਾ ਤੁਸੀਂ ਪਰਮਾਤਮਾ ਦਾ ਸੱਚਾ ਨਾਮ ਜਿਹੜਾ ਉਹ ਜਪਦੇ ਰਹਿੰਦੇ ਹੋ, ਜਿਹਦੇ ਨਾਲ ਤੁਹਾਡਾ ਜੀਵਨ ਜਿਹੜਾ ਉਹ ਸੋਹਣਾ ਹੋ ਗਿਆ, ਸ਼ੁਭ ਗੁਣਾਂ ਨਾਲ ਭਰਪੂਰ ਹੋ ਗਿਆ, ਸ਼ੋਭਾ ਵਾਲਾ ਹੋ ਗਿਆ। ਹਰ ਥਾਂ ਤੇ ਤੁਹਾਡੀ ਵਡਿਆਈ ਸ਼ੋਭਾ ਹੁੰਦੀ ਹੈ। ਪਰ ਹੁਣ ਇਹ ਸੱਚ ਜਿਹੜਾ ਸੀ ਇਹ ਮਿਲਿਆ ਕਿੱਥੋਂ? ਜਿਹੜਾ ਸੱਚ ਸਦੀਵੀ ਪਰਮਾਤਮਾ ਦਾ ਨਾਮ ਹੈ, ਇਹ ਮਿਲਿਆ ਕਿੱਥੋਂ? ਇਹਦੀ ਪ੍ਰਾਪਤੀ ਕਿੱਥੋਂ ਹੋਈ ਹੈ? ਤਾਂ ਭੱਟ ਜਨ ਕਹਿੰਦੇ ਨੇ, ਕਹਿੰਦੇ ਸੱਚ ਪਾਇਓ ਗੁਰ ਸ਼ਬਦ। ਸ਼ਬਦ ਦੇ ਦੱਦੇ ਨੂੰ ਸਿਹਾਰੀ, ਸ਼ਬਦ ਵਿੱਚੋਂ, ਸ਼ਬਦ ਦੇ ਦੁਆਰਾ। ਜਿਹੜਾ ਤੁਹਾਨੂੰ ਗੁਰ ਸ਼ਬਦ ਮਿਲਿਆ ਨਾ, ਉਸ ਗੁਰ ਸ਼ਬਦ ਵਿੱਚੋਂ ਹੀ ਤੁਸੀਂ ਸੱਚ ਨੂੰ ਪਾਇਆ ਹੈ। ਸੱਚ ਪਰਮਾਤਮਾ ਦੇ ਸੱਚੇ ਨਾਮ ਨੂੰ ਪਾਇਆ। ਪਿਛਲੇ ਦਿਨੀ ਜ਼ਿਕਰ ਕੀਤਾ ਸੀ ਕਿ ਕਈ ਪੁੱਛ ਲੈਂਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਵਿੱਚੋਂ ਨਾਮ ਕਿੱਦਾਂ ਮਿਲਦਾ ਹੈ? ਸਾਨੂੰ ਗੁਰੂ ਗ੍ਰੰਥ ਸਾਹਿਬ ਵਿੱਚੋਂ ਦੀ ਨਾਮ ਕਿਵੇਂ? ਕਿਉਂਕਿ ਸਾਨੂੰ ਭਰਮ ਵਿੱਚ ਹੀ ਇਸ ਤਰ੍ਹਾਂ ਪਾਇਆ ਗਿਆ ਕਿ ਵੱਖਰੇ ਵੱਖਰੇ ਅੱਖਰਾਂ ਦੇ ਨਾਮ ਬਣਾ ਕੇ ਸਾਨੂੰ ਵੰਡੇ ਗਏ। ਅਸੀਂ ਸੋਚਿਆ ਵੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਵੀ ਕੋਈ ਇਦਾਂ ਹੀ ਨਾਮ ਮਿਲਦਾ ਹੋਵੇਗਾ। ਭਰਮ ਹੀ ਐਸਾ ਪਾ ਦਿੱਤਾ। ਪਰ ਇਤਿਹਾਸ ਪੜ੍ਹ ਕੇ ਵੇਖੋ, ਗੁਰੂ ਨਾਨਕ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਕੋਈ ਵੱਖਰਾ ਵੱਖਰਾ ਨਾਮ ਨਹੀਂ ਵੰਡਿਆ ਗਿਆ। ਇਹ ਨਹੀਂ ਕਿ ਗੁਰੂ ਨਾਨਕ ਸਾਹਿਬ ਜੀ ਪੂਰਬ ਨੂੰ ਗਏ ਤੇ ਕੋਈ ਹੋਰ ਨਾਮ ਵੰਡਿਆ, ਪੱਛਮ ਨੂੰ ਗਏ ਤੇ ਕੋਈ ਹੋਰ ਨਾਮ ਵੰਡਿਆ। ਬਾਬੇ ਤਾਰੇ 4 ਚੱਕ, ਚਾਰੇ ਦਿਸ਼ਾਵਾਂ ਵਿੱਚ ਗਏ, 4 ਵਰਨ ਗਏ, ਵੱਖ-ਵੱਖ ਜਾਤ-ਪਾਤ ਜਿਹੜੇ ਲੋਕ ਫਸੇ ਸੀ ਜੰਜਾਲ 'ਚ, ਹਰ ਇੱਕ ਕੋਲ ਗਏ, ਪਰ ਵੱਖਰਾ ਵੱਖਰਾ ਨਾਮ ਨਹੀਂ। ਬਸ ਇੱਕੋ ਹੀ ਕਿਹਾ ਸੀ ਕਿ ਸੱਚਾ ਨਾਮ ਇੱਕ ਪਰਮੇਸ਼ਵਰ ਦਾ ਜਪੋ। ਪਰ ਉਹ ਕਿਵੇਂ? ਗੁਰ ਸ਼ਬਦ ਦੇ ਰਾਹੀਂ, ਸ਼ਬਦ ਗੁਰੂ ਦੇ ਦੁਆਰਾ। ਸਾਰੀ ਬਾਣੀ ਹੀ ਸਾਡੇ ਵਾਸਤੇ ਨਾਮ ਹੈ। ਇਸ ਲਈ ਗੁਰੂ ਸਾਹਿਬ ਜੀ ਜਿਹੜਾ ਤੁਸੀਂ ਸੱਚ ਪ੍ਰਾਪਤ ਕੀਤਾ ਹੈ, ਉਹ ਸੱਚ ਪਰਮਾਤਮਾ ਦਾ ਨਾਮ, ਜਿਹਨੂੰ ਤੁਸੀਂ ਤੀਰਥ ਇਸ਼ਨਾਨ ਤੇ ਭੋਜਨ ਬਣਾ ਲਿਆ, ਉਹ ਕਿਸ ਤਰ੍ਹਾਂ ਪਾਇਆ? ਗੁਰ ਸ਼ਬਦ, ਗੁਰੂ ਦੇ ਸ਼ਬਦ ਦੁਆਰਾ, ਗੁਰੂ ਦੇ ਸ਼ਬਦ, ਗੁਰੂ ਦੀ ਬਾਣੀ ਦੇ ਰਾਹੀਂ। ਜੇ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਦੁਨੀਆ ਨੂੰ ਕੁਝ, ਤੇ ਇੱਕੋ ਗੱਲ ਕਹੀ ਸੀ ਕਿ ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸਰਾ ਕਰੀ ਗਿਆਨ ਵੇ ਲਾਲੋ। ਗੁਰੂ ਸਾਹਿਬ ਕਹਿੰਦੇ ਇਹ ਬਾਣੀ ਹੀ ਤੁਹਾਡੇ ਵਾਸਤੇ ਨਾਮ ਹੈ, ਇਹ ਸ਼ਬਦ ਹੀ ਤੁਹਾਡੇ ਵਾਸਤੇ ਨਾਮ ਹੈ। ਤੋ ਗੁਰੂ ਅੰਗਦ ਦੇਵ ਜੀ, ਤੁਸੀਂ ਜਿਹੜਾ ਇਹ ਸੱਚ ਨਾਮ ਪ੍ਰਾਪਤ ਕੀਤਾ, ਇਹ ਗੁਰੂ ਦੇ ਸ਼ਬਦ ਦੁਆਰਾ ਪ੍ਰਾਪਤ ਕੀਤਾ ਹੈ। ਸੱਚ ਪਾਇਓ ਗੁਰ ਸ਼ਬਦ, ਸੱਚ ਨਾਮ ਸੰਗਤੀ ਬੋਹੈ। ਬੋਹੈ ਦਾ ਅਰਥ ਹੈ ਸੁਗੰਧੀ। ਜਿਹੜੇ ਸੱਚੇ ਨਾਮ ਦੀ ਸੁਗੰਧੀ ਹੈ ਨਾ, ਇਹ ਸਤ ਸੰਗਤ ਦੇ ਵਿੱਚ ਬੈਠਿਆਂ
ਤੁਹਾਡੇ ਦਰ ਤੇ ਆਇਆ, ਸੰਗਤ ਦੇ ਵਿੱਚ ਇਹ ਸੱਚੇ ਨਾਮ ਦੀ ਸੁਗੰਧੀ ਤੁਹਾਡੇ ਦਰ ਤੇ ਵੰਡੀ ਜਾ ਰਹੀ ਹੈ। ਜਾਂ ਇਸ ਤਰ੍ਹਾਂ ਸਮਝ ਲਓ ਕਿ ਜਿਹੜਾ ਗੁਰੂ ਦੇ ਸ਼ਬਦ ਨਾਲ ਤੁਸੀਂ ਸੱਚ ਪਾਇਆ, ਉਹ ਸੱਚੇ ਨਾਮ ਦੀ ਸੁਗੰਧੀ ਤੁਸੀਂ ਸੰਗਤ ਵਿੱਚ ਵੰਡ ਰਹੇ ਹੋ। ਜਿਹੜਾ ਖਜ਼ਾਨਾ ਤੁਹਾਨੂੰ ਸੁਗੰਧੀ ਵਾਲਾ ਗੁਰੂ ਨਾਨਕ ਸਾਹਿਬ ਜੀ ਦੇ ਘਰੋਂ ਮਿਲਿਆ, ਉਹੀ ਖਜ਼ਾਨੇ ਦੀ ਸੁਗੰਧੀ ਤੁਸੀਂ ਸੰਗਤ ਦੇ ਵਿੱਚ ਜਿਹੜਾ ਉਹ ਫੇਰ ਵਸਾਇਆ। ਫੇਰਵਾਨ ਸਤਿਗੁਰ ਖਡੂਰ, ਖਡੂਰ ਸਾਹਿਬ ਆ ਕੇ ਉਹੀ ਸੱਚੇ ਨਾਮ ਦੀ ਸੁਗੰਧੀ ਗੁਰੂ ਦੇ ਸ਼ਬਦ ਦੁਆਰਾ ਤੁਸੀਂ ਸੰਗਤ ਵਿੱਚ ਵੰਡ ਰਹੇ ਹੋ। ਗੁਰਬਾਣੀ ਦੇ ਵਿੱਚ ਸੁਗੰਧੀ ਭਰੀ ਹੋਈ ਹੈ। ਅਸੀਂ ਗੁਰਬਾਣੀ ਦੀ ਸੁਗੰਧੀ ਲੈਣ ਵਾਸਤੇ ਆਏ ਹਾਂ। ਕਿਉਂ ਆਏ ਹਾਂ? ਕਿਉਂਕਿ ਸਾਡੇ ਅੰਦਰ ਦੁਰਗੰਧ ਹੈ। ਮੁਖ ਆਵਤ ਤਾਂ ਕੈ ਦੁਰਗੰਧ, ਭੈੜੀ ਬਦਬੂ ਸਾਡੇ ਅੰਦਰੋਂ ਆ ਰਹੀ ਹੈ। ਉਹ ਕਾਹਦੀ ਹੈ? ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਝੂਠ, ਨਿੰਦਾ, ਪਤਾ ਨਹੀਂ ਕਿੰਨੇ ਤਰ੍ਹਾਂ ਦਾ ਅੰਦਰ ਸਾਡੇ ਜਿਹੜਾ ਉਹ ਵਿਕਾਰ ਭਰਿਆ ਪਿਆ। ਉਸ ਵਿਕਾਰ ਦੀ ਦੁਰਗੰਧ, ਭੈੜੀ ਬਦਬੂ ਹਮੇਸ਼ਾ ਸਾਡੇ ਅੰਦਰੋਂ ਆਉਂਦੀ ਰਹਿੰਦੀ ਹੈ। ਜਿਹੜੀ ਮਨ ਦੇ ਵਿੱਚੋਂ ਆਉਣੀ, ਆ ਮੁੱਖ ਵਾਲੀ ਦੁਰਗੰਧ ਤਾਂ ਦੂਰ ਕਰਨ ਲਈ ਤਰੀਕੇ ਬਹੁਤ ਨੇ, ਬੜੀਆਂ ਜੁਗਤੀਆਂ ਨੇ। ਅਸੀਂ ਮੁੱਖ ਵਿੱਚ ਕਈ ਪ੍ਰਕਾਰ ਦਾ ਮਿਸ਼ਰਣ ਲੈ ਕੇ ਤੇ ਗਰਾਰੇ ਕਰ ਸਕਦੇ ਹਾਂ, ਆਪਣੇ ਮੁਖ ਨੂੰ ਸਾਫ਼ ਕਰ ਸਕਦੇ ਹਾਂ, ਮੂੰਹ ਵਿੱਚੋਂ ਆਉਣ ਲਈ ਵਾਲੀ ਬਦਬੂ ਨੂੰ ਦੂਰ ਕਰ ਸਕਦੇ ਹਾਂ। ਪਰ ਇਹ ਜਿਹੜੀ ਬਦਬੂ ਹੈ ਉਹ ਆ ਮਨ ਵਿੱਚੋਂ ਰਹੀ ਹੈ। ਤੇ ਜਿਹੜੀ ਮਨ ਵਿੱਚੋਂ ਵਿਕਾਰਾਂ ਦੀ ਬਦਬੂ ਆ ਰਹੀ ਹੈ, ਉਹਨੂੰ ਜੇ ਸੁਗੰਧੀ ਵਿੱਚ ਬਦਲਣਾ ਤੇ ਉਹਦੇ ਲਈ ਗੁਰਬਾਣੀ ਦੀ ਸੁਗੰਧੀ ਚਾਹੀਦੀ ਹੈ। ਪਰ ਸਾਨੂੰ ਇੱਕ ਭਰਮ ਜਿਹੜਾ ਸੀ, ਚਲੋ ਅੱਜ ਤਾਂ ਫਿਰ ਵੀ ਜਾਗਰਤਾ ਆ ਗਈ, ਪਰ ਇੱਕ ਸਮਾਂ ਐਸਾ ਆਪਾਂ ਵੇਖਾਂਗੇ, ਅੱਜ ਵੀ ਟਾਵੇਂ ਟਾਵੇਂ ਐਸਾ ਵੇਖਣ ਨੂੰ ਮਿਲਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦਾ ਜਾਪ ਚੱਲ ਰਿਹਾ ਹੁੰਦਾ ਹੈ, ਪਰ ਸਾਡਾ ਇਹ ਧਿਆਨ ਹੁੰਦਾ ਹੈ ਵੀ ਅਸੀਂ ਅਗਰਬੱਤੀਆਂ, ਅਸੀਂ ਧੂਪ ਜਿਹੜੀ ਹੈ ਉਹ ਜਲਾਉਣੀ ਹੈ, ਇਹਦੀ ਸੁਗੰਧੀ ਪੂਰੇ ਕਮਰੇ ਵਿੱਚ ਹੋਣੀ ਚਾਹੀਦੀ ਹੈ। ਪਰ ਅਸਲ ਵਿੱਚ ਉਹ ਬਾਹਰ ਦੀ ਅਗਰਬੱਤੀ ਤੇ ਉਸ ਧੂਪ ਦੀ ਸੁਗੰਧੀ ਨਹੀਂ, ਅਸੀਂ ਤਾਂ ਗੁਰਬਾਣੀ ਦੀ ਸੁਗੰਧੀ ਲੈਣੀ ਸੀ। ਗੁਰਬਾਣੀ ਦੀ ਖੁਸ਼ਬੂ, ਗੁਰਬਾਣੀ ਦੀ ਸੁਗੰਧੀ ਨਾਲ ਆਪਣੇ ਅੰਦਰ ਦੇ ਇਸ ਭਾਂਡੇ ਨੂੰ ਭਰਨਾ ਸੀ। ਜਾਂ ਆ ਜਿਹੜਾ ਸਾਡਾ ਬਣਿਆ ਹੋਇਆ ਘਰ ਹੈ, ਇਸ ਘਰ ਦੇ ਅੰਦਰ ਅਸੀਂ ਗੁਰਬਾਣੀ ਦੀ ਸੁਗੰਧੀ, ਗੁਰਬਾਣੀ ਦੀ ਖੁਸ਼ਬੂ ਨੂੰ ਲੈ ਜਾਣਾ ਸੀ, ਤਾਂ ਕਿ ਅੰਦਰ ਸਾਡਾ ਜਿਹੜਾ ਉਹ ਗੁਰਬਾਣੀ ਦੀ ਖੁਸ਼ਬੂ ਨਾਲ ਭਰ ਜਾਂਦਾ। ਗੁਰੂ ਅੰਗਦ ਦੇ ਮਹਾਰਾਜ ਜੀਓ, ਜਿਹੜਾ ਸੱਚਾ ਨਾਮ ਤੁਸੀਂ ਗੁਰੂ ਦੇ ਸ਼ਬਦ ਰਾਹੀਂ ਪ੍ਰਾਪਤ ਕੀਤਾ ਹੈ, ਉਹੀ ਸੱਚੇ ਨਾਮ ਦੀ ਸੁਗੰਧੀ ਤੁਸੀਂ ਸੰਗਤ ਦੇ ਵਿੱਚ ਬੈਠ ਕੇ ਗੁਰਬਾਣੀ ਦੇ ਸ਼ਬਦ ਰਾਹੀਂ ਵੰਡ ਰਹੇ ਹੋ। ਜਿਸ ਸੱਚ ਸੰਜਮ ਵਰਤ ਸੱਚ, ਕਬ ਜਨ ਕਲ ਵਖਾਣ। ਕਬ ਜਨ ਕਲ ਵਖਾਣ, ਕਲ ਦਾ ਅਰਥ ਹੈ ਭੱਟ, ਕਲ ਸਹਾਰ। ਵਖਿਆਨ ਕਰ ਰਹੇ ਨੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਉਸਤਤ ਕਰਦੇ ਆ, ਗੁਰੂ ਸਾਹਿਬ ਜੀ ਦੀ ਵਡਿਆਈ ਕਰਦੇ ਆ ਕਾਵ ਰੂਪ ਦੇ ਵਿੱਚ, ਕਿ ਗੁਰੂ ਸਾਹਿਬ ਮਹਾਰਾਜ ਜਿਸ ਸੱਚ ਸੰਜਮ ਵਰਤ ਸੱਚ, ਜਿਨ੍ਹਾਂ ਦੇ ਅੰਦਰ ਸੱਚੇ ਨਾਮ ਦੇ ਰਾਹੀਂ ਸੰਜਮ ਆ ਗਿਆ। ਸੰਜਮ ਦਾ ਅਰਥ ਹੈ ਇੰਦਰੀਆਂ ਨੂੰ ਕੰਟਰੋਲ ਕਰ ਲੈਣਾ। ਆਪਣੇ ਆਪਣੇ ਜੀਵਨ ਅੰਦਰ ਝਾਤ ਮਾਰੀਏ। ਜਦੋਂ ਅਸੀਂ ਸਮਾਜ ਵਿੱਚ, ਸੰਸਾਰ ਵਿੱਚ ਵਿਚਰਦੇ ਹਾਂ ਤੇ ਸਾਡੇ ਇੰਦਰੇ ਕਿੰਨੇ ਕੁ ਕੰਟਰੋਲ ਵਿੱਚ ਰਹਿੰਦੇ ਨੇ, ਅਸੀਂ ਇਹਨਾਂ ਨੂੰ ਕਿੰਨਾ ਕੁ ਵਸ ਵਿੱਚ ਕਰਕੇ ਰੱਖਦੇ ਹਾਂ। ਇਹ ਸਾਡੀਆਂ ਅੱਖਾਂ ਕਿਤੇ ਸਾਡੇ ਤੋਂ ਬਾਹਰ ਤਾਂ ਨਹੀਂ ਹੁੰਦੀਆਂ, ਸਾਡੇ ਜਿਹੜੇ ਕੰਨ ਨੇ ਇਹ ਸਾਡੇ ਤੋਂ ਬਾਹਰ ਤਾਂ ਨਹੀਂ ਹੁੰਦੇ, ਸਾਡੀ ਜ਼ੁਬਾਨ ਜਿਹੜੀ ਹੈ ਇਹ ਸਾਡੇ ਤੋਂ ਬਾਹਰ ਤਾਂ ਨਹੀਂ ਹੁੰਦੀ, ਸਾਡੇ ਜਿਹੜੇ ਇੰਦਰੇ ਨੇ ਇਹ ਸਾਡੇ ਕਿਤੇ ਵਸ ਤੋਂ ਬਾਹਰ ਤਾਂ ਨਹੀਂ ਹੋ ਜਾਂਦੇ। ਕਈ ਵਾਰ ਸੁਣਿਆ ਹੈ ਕਿ ਬੰਦਾ ਕਹਿੰਦਾ ਵੀ ਮੈਂ ਬੜਾ ਕੰਟਰੋਲ ਕਰਦਾ, ਵੀ ਮੈਂ ਆਪਣੇ ਗੁੱਸੇ ਉੱਤੇ ਕਾਬੂ ਕਰਨ ਵਾਸਤੇ ਮੈਂ ਬੜਾ ਕੰਟਰੋਲ ਕਰਦਾ, ਪਰ ਪਤਾ ਨਹੀਂ ਕੀ ਗੱਲ ਹੈ, ਫਿਰ ਮੈਂ ਆਪਣੇ ਆਪੇ ਤੋਂ ਬਾਹਰ ਹੋ ਜਾਣਾ। ਇਹਦਾ ਮਤਲਬ ਤੇਰਾ ਵਸ, ਤੇਰਾ ਜ਼ੋਰ ਚੱਲਦਾ ਹੀ ਨਹੀਂ ਪਿਆ, ਤੂੰ ਕ੍ਰੋਧ ਨੂੰ ਵਸ ਕਰ ਹੀ ਨਹੀਂ ਪਾ ਰਿਹਾ। ਕਈ ਵਾਰ ਬੰਦਾ ਕਹਿੰਦਾ ਵੀ ਆ ਦੁਨੀਆ, ਮੈਂ ਮਨ ਵਿੱਚ ਆਪਣੇ ਐਸੀ ਵਿਚਾਰ ਬਣਾਈ ਕਿ ਦੁਨੀਆ ਦੇ ਰੰਗ ਬੇਰੰਗ ਜਿਹੜੇ ਨੇ ਇਹ ਨਹੀਂ ਵੇਖਣੇ,
ਪਰ ਜਦੋਂ ਸਮਾਜ ਵਿੱਚ ਦੇ ਚੱਲਦੇ ਆ ਤੇ ਬਦੋ ਬਦੀ ਅੱਖਾਂ ਦੁਨੀਆ ਦੇ ਰੰਗ ਜਿਹੜੀਆਂ ਵੇਖਦੀਆਂ ਨੇ, ਅੱਖੀਂ ਵੇਖ ਨਾ ਰਜੀਆਂ ਬਹੁ ਰੰਗ ਤਮਾਸ਼ੇ। ਅੱਖਾਂ ਰੱਜਦੀਆਂ ਹੀ ਕੋਈ ਨਹੀਂ ਪਈਆਂ ਦੁਨੀਆ ਦੇ ਰੰਗ ਵੇਖ ਵੇਖ ਕੇ, ਇਹ ਵੱਸ 'ਚ ਨਹੀਂ ਹੁੰਦੀਆਂ, ਸੰਜਮ ਨਹੀਂ ਅੰਦਰ ਬਣ ਰਿਹਾ। ਪਰ ਗੁਰੂ ਅੰਗਦ ਦੇ ਮਹਾਰਾਜ ਜੀ, ਤੁਸੀਂ ਭਾਈ ਲਹਿਣਾ ਬਣ ਕੇ ਗੁਰੂ ਨਾਨਕ ਸਾਹਿਬ ਦੇ ਘਰ ਆ ਕੇ ਆਪਣੇ ਇੰਦਰੀਆਂ ਨੂੰ ਕਾਬੂ ਕਰਕੇ ਸੰਜਮ ਰੱਖਣਾ ਸਿੱਖ ਲਿਆ। ਸਾਨੂੰ ਵੀ ਗੁਰਬਾਣੀ ਇਹੀ ਸਿਖਾਉਂਦੀ ਹੈ ਕਿ ਗੁਰਬਾਣੀ ਦਾ ਅਭਿਆਸ ਕਰੋ ਤੇ ਆਪਣੇ ਇੰਦਰੀਆਂ ਨੂੰ ਸੰਜਮ ਵਿੱਚ ਰੱਖੋ। ਇਹਨੂੰ ਕੰਟਰੋਲ ਕਿਵੇਂ ਕਰਨਾ, ਇੰਦਰੀਆਂ ਨੂੰ ਵਸ ਵਿੱਚ ਰੱਖਣਾ, ਗੁਰਬਾਣੀ ਦਾ ਅਭਿਆਸ ਇਸੇ ਵਾਸਤੇ ਹੈ। ਗੁਰਬਾਣੀ ਵਿੱਚੋਂ ਗਿਆਨ ਇਸੇ ਵਾਸਤੇ ਦਿੱਤਾ ਗਿਆ। ਤੋ ਗੁਰੂ ਅੰਗਦ ਦੇ ਮਹਾਰਾਜ ਜੀ, ਤੁਸੀਂ ਸੰਜਮ ਦੀ ਮੂਰਤ ਹੋ ਔਰ ਤੁਸੀਂ ਸੱਚ ਦੇ ਨਾਮ ਨਾਲ ਜੁੜਿਆਂ ਹੀ ਤੁਸੀਂ ਜਿਹੜਾ ਹੈ ਉਹ ਵਰਤ ਤੁਸੀਂ ਆਪਣੇ ਜੀਵਨ ਵਿੱਚ ਬਣਾ ਲਿਆ। ਭੱਟ ਕਲ ਸਹਾਰ ਜੀ ਕਹਿੰਦੇ ਨੇ ਗੁਰੂ ਸਾਹਿਬ, ਤੁਹਾਡੇ ਲਈ ਸੱਚਾ ਨਾਮ ਹੀ ਵਰਤ ਹੈ ਔਰ ਸੱਚਾ ਨਾਮ ਹੀ ਤੁਹਾਡੇ ਲਈ ਸੰਜਮ ਹੈ। ਥੋੜਾ ਜਿਹਾ ਹੁਣ ਸਮਝ ਲਈਏ। ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਇੱਕ ਸਿੱਖ ਹੈ ਭਾਈ ਮਨ ਸੁਖ। ਵਰਤ ਦਾ ਮਤਲਬ ਕੀ ਹੈ? ਕਿਉਂਕਿ ਸਾਨੂੰ ਅੰਨ ਛੱਡ ਕੇ ਵਰਤ ਰੱਖਣ ਦੀ ਸਿੱਖਿਆ ਨਹੀਂ ਮਿਲਦੀ ਕਿ ਤੁਸੀਂ ਅੱਜ ਦੇ ਦਿਨ ਅੰਨ ਛੱਡ ਕੇ ਵਰਤ ਜਿਹੜਾ ਉਹ ਰੱਖੋ ਤੇ ਵਰਤ ਰੱਖ ਕੇ ਕਹੋ ਵੀ ਸਾਨੂੰ ਆਹ ਸਾਰੀਆਂ ਬਖਸ਼ਿਸ਼ਾਂ ਮਿਲ ਜਾਣ। ਕਹਿੰਦੇ ਪੇਟ ਭੁੱਖਾ ਰੱਖ ਲਿਆ ਪਰ ਮਨ ਤੇ ਨਹੀਂ ਨਾ ਭੁੱਖਾ ਰਿਹਾ। ਅਸੀਂ ਬਾਹਰੋਂ ਮੁੱਖ ਵਿੱਚ ਅੰਨ ਜਿਹੜਾ ਸੀ ਉਹ ਪਾਇਆ ਹੀ ਨਾ, ਪੇਟ ਆਪਣਾ ਭਰਿਆ ਹੀ ਨਹੀਂ ਵੀ ਅੱਜ ਸਾਰਾ ਦਿਨ ਭੁੱਖੇ ਰਹਿਣਾ ਹੈ, ਸਾਰਾ ਦਿਨ ਅੱਜ ਪੇਟ ਵਿੱਚ ਅੰਨ ਨਹੀਂ ਪਾਉਣਾ, ਅੱਜ ਵਰਤ ਰੱਖਣਾ। ਪਰ ਪੇਟ ਹੀ ਭੁੱਖਾ ਰੱਖਿਆ, ਮਨ ਤੇ ਫਿਰ ਆਪਣੀ ਖੁਰਾਕ ਲੈਂਦਾ ਰਿਹਾ, ਮਨ ਤੇ ਰੱਜਿਆ ਰਿਹਾ। ਅਸਲ ਵਿੱਚ ਮਨ ਦੇ ਰਾਹੀਂ ਵਰਤ ਰੱਖਣਾ ਸੀ, ਤਨ ਦੇ ਰਾਹੀਂ ਨਹੀਂ। ਗੁਰਬਾਣੀ ਸਾਨੂੰ ਇਹੀ ਗੱਲ ਸਮਝਾਉਂਦੀ ਹੈ ਕਿ ਛੋੜੈ ਅੰਨ ਕਰੇ ਪਾਖੰਡ, ਨਾ ਉਹ ਸੁਹਾਗਣ ਨਾ ਉਹ ਰੰਡ। ਕਬੀਰ ਸਾਹਿਬ ਜੀ ਨੇ ਵੀ ਸਮਝਾਇਆ, ਕਹਿਣ ਲੱਗੇ ਕਬੀਰ ਹਰਿ ਕਾ ਸਿਮਰਨ ਛਾੜ ਕੇ ਅਹੋਹੀ ਰਾਖੈ ਨਾਰ, ਗਦਹੀ ਹੋਏ ਕੈ ਅਵਤਰੈ ਭਾਰ ਸਹੈ ਮਨ ਚਾਰ। ਜਿਹੜਾ ਬਾਹਰ ਦਾ ਵਰਤ ਹੈ ਉਹਦੇ ਪਰਥਾਏ ਸਾਨੂੰ ਗੁਰਬਾਣੀ ਵਿੱਚ ਸਿੱਖਿਆ ਦਿੱਤੀ ਗਈ, ਸਾਨੂੰ ਸਮਝਾਇਆ ਗਿਆ। ਪਰ ਕਿਹੜਾ ਵਰਤ ਰੱਖਣ ਲਈ ਸਾਨੂੰ ਕਿਹਾ ਗਿਆ? ਭਾਈ ਮਨ ਸੁਖ ਜਦੋਂ ਸੰਗਲਾ ਦੀਪ ਗਏ ਨਾ ਤੇ ਰਾਜਾ ਸ਼ਿਵਨਾਭ ਨੇ ਐਲਾਨ ਕੀਤਾ ਸੀ ਵੀ ਅੱਜ ਕੋਈ ਚੁੱਲ੍ਹਾ ਨਾ ਬਾਲੇ, ਅੱਜ ਕਿਸੇ ਨੇ ਅੰਨ ਭੋਜਨ ਨਹੀਂ ਪਕਾਉਣਾ। ਜਦੋਂ ਸ਼ਾਮ ਨੂੰ ਵਰਤ ਖੋਲਾਂਗੇ ਤਾਂ ਆਪੋ ਆਪਣੇ ਘਰਾਂ ਦੇ ਚੁੱਲ੍ਹੇ ਤੁਸੀਂ ਬਾਲ ਕੇ ਫਿਰ ਤੁਸੀਂ ਅੰਨ ਭੋਜਨ ਤਿਆਰ ਕਰਨਾ। ਭਾਈ ਮਨ ਸੁਖ ਗਏ, ਰਾਤ ਆਰਾਮ ਕੀਤਾ, ਅੰਮ੍ਰਿਤ ਵੇਲੇ ਉੱਠ ਕੇ, ਕਿਉਂਕਿ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੈ ਉੱਠ ਹਰ ਨਾਮ ਤੇ ਆਵੇ। ਉਹ ਭਲਕੇ ਉੱਠੇ, ਇਸ਼ਨਾਨ ਕੀਤਾ, ਆਪਣੀ ਬਾਣੀ ਦਾ ਅਭਿਆਸ ਕੀਤਾ। ਉਹਨਾਂ ਨੇ ਜੋ ਭੋਜਨ ਬਣਾਉਣਾ ਸੀ ਬਣਾ ਕੇ ਛਕ ਲਿਆ। ਰਾਜਾ ਸ਼ਿਵਨਾਭ ਤੱਕ ਸ਼ਿਕਾਇਤ ਪਹੁੰਚ ਗਈ ਵੀ ਇੱਕ ਵਪਾਰੀ ਆਇਆ ਹੈ ਜਿਨ੍ਹਾਂ ਨੇ ਤੁਹਾਡੇ ਹੁਕਮ ਦੀ ਉਲੰਘਣਾ ਕੀਤੀ ਹੈ, ਉਹਨਾਂ ਵਰਤ ਕੋਈ ਨਹੀਂ ਰੱਖਿਆ। ਕਹਿੰਦੇ ਬੁਲਾ ਕੇ ਲਿਆਓ ਮੇਰੇ ਦਰਬਾਰ ਵਿੱਚ। ਭਾਈ ਮਨ ਸੁਖ ਨੂੰ ਲਿਆਂਦਾ, ਰਾਜਾ ਸ਼ਿਵਨਾਭ ਦੇ ਅੱਗੇ ਪੇਸ਼ੀ ਹੋ ਗਈ। ਉਹਨਾਂ ਆਖਿਆ ਤੈਨੂੰ ਪਤਾ ਨਹੀਂ ਅੱਜ ਵਰਤ ਰੱਖਣਾ ਹੈ? ਤੂੰ ਸਾਡੇ ਹੁਕਮ ਦੀ ਉਲੰਘਣਾ ਕੀਤੀ ਹੈ। ਸਾਡੇ ਹੀ ਮੁਲਕ ਵਿੱਚ ਆ ਕੇ ਵਪਾਰੀ ਵਪਾਰ ਕਰਨ ਵਾਸਤੇ ਆਇਆ ਤੇ ਸਾਡੇ ਹੁਕਮ ਦੀ ਉਲੰਘਣਾ ਕੀਤੀ। ਭਾਈ ਮਨ ਸੁਖ ਹੱਥ ਜੋੜ ਕੇ ਕਹਿੰਦੇ ਆ, ਰਾਜਾ ਹੇ ਰਾਜਨ, ਮੈਂ ਤਾਂ ਵਰਤ ਜਿਹੜਾ ਹੈ ਉਹ ਸਵੇਰੇ ਉੱਠ ਕੇ ਹਰ ਰੋਜ਼ ਰੱਖਦਾ, ਮੈਂ ਤੇ ਅੱਜ ਵੀ ਵਰਤ ਰੱਖਿਆ। ਮੈਂ ਇਹ ਨਹੀਂ ਕਿ 7 ਦਿਨੀ ਬਾਅਦ ਜਾਂ 15 ਦਿਨਾਂ ਬਾਅਦ ਜਾਂ ਮਹੀਨੇ ਬਾਅਦ ਜਾਂ ਕਿਤੇ ਕਤਾਈ ਵਰਤ ਰੱਖਣਾ, ਉਹ ਨਹੀਂ ਮੈਂ ਰੱਖਦਾ। ਮੈਂ ਤਾਂ ਨਿਤ ਉੱਠ ਕੇ ਵਰਤ ਰੱਖਦਾ। ਮੇਰੇ ਗੁਰੂ ਨੇ ਮੈਨੂੰ ਸਿੱਖਿਆ ਹੀ ਇਦਾਂ ਦੀ ਦਿੱਤੀ ਹੈ ਕਿ ਤੂੰ ਸਵੇਰੇ ਉੱਠਦਿਆਂ ਸਾਰ ਤੂੰ ਜਿਹੜਾ ਹੈ ਉਹ ਆਪਣਾ ਨਾਮ ਦੀ ਖੁਰਾਕ ਵੀ ਲੈਣੀ ਹੈ ਤੇ ਪੇਟ ਦੀ ਖੁਰਾਕ ਵੀ ਲੈਣੀ ਹੈ ਤੇ ਵਰਤ ਵੀ ਰੋਜ਼ ਰੱਖਣਾ ਹੈ। ਉਹ ਰਾਜਾ ਬੜਾ ਹੈਰਾਨ ਹੋਇਆ। ਉਹ ਕਹਿੰਦਾ ਵੀ ਇਹ ਕਿਦਾਂ ਦਾ ਪਹਿਲਾ ਇਨਸਾਨ ਵੇਖਿਆ ਜਿਹੜਾ ਪੇਟ ਭਰ ਕੇ ਭੋਜਨ ਖਾ ਕੇ ਆਇਆ ਤੇ ਨਾਲੇ ਕਹਿੰਦਾ ਮੈਂ ਵਰਤ ਰੱਖਿਆ ਹੋਇਆ। ਕਹਿੰਦੇ ਭਾਈ ਮਨ ਸੁਖ ਤੂੰ ਸਿੱਧੇ ਤੌਰ ਤੇ ਸਮਝਾ, ਰਮਜ਼ ਨਾ ਪਾ, ਕਿਹੜੇ ਵਰਤ ਤੇਰਾ ਗੁਰੂ ਨੇ ਕਿਹੜਾ ਵਰਤ ਰੱਖਣ ਲਈ ਕਿਹਾ? ਕਹਿੰਦੇ ਮੈਂ ਜਦੋਂ ਗੁਰੂ ਚਰਨੀ ਲੱਗਿਆ ਨਾ ਤੇ ਗੁਰੂ ਨਾਨਕ ਸਾਹਿਬ ਨੇ ਮੈਨੂੰ ਸਮਝਾਇਆ
ਕਿ ਜੇ ਸਿੱਖਿਆ ਦਿੱਤੀ ਕਿ ਗੁਰੂ ਕੇ ਸਿਖਾ ਜੇ ਤੂੰ ਵਰਤ ਰੱਖਣਾ ਤੇ ਨਿਤ ਉੱਠ ਕੇ ਅਰਦਾਸ ਕਰਿਆ ਕਰ ਕਿ ਅੱਜ ਮੇਰਾ ਵਰਤ ਹੈ, ਮੈਂ ਇਹਨਾਂ ਅੱਖਾਂ ਦੇ ਨਾਲ ਮੈਲਾ ਨਹੀਂ ਵੇਖਣਾ, ਇਹਨਾਂ ਅੱਖਾਂ ਦੇ ਨਾਲ ਪਰਤਰੀਏ ਰੂਪ ਨਾ ਵੇਖੈ ਨੇਤਰ, ਮੈਂ ਇਹਨਾਂ ਨੇਤਰਾਂ ਨਾਲ ਪਰਤਰੀਏ ਪਰ ਰੂਪ ਨਹੀਂ ਤੱਕਣਾ, ਮੈਂ ਇਹਨਾਂ ਕੰਨਾਂ ਦੇ ਨਾਲ ਕਿਸੇ ਦੀ ਬੁਰਿਆਈ ਨਿੰਦਾ ਚੁਗਲੀ ਵਾਲੇ ਬੋਲ ਨਹੀਂ ਸੁਣਨੇ, ਕੋਈ ਵੀ ਗੰਦਲੇ ਬੋਲ ਇਹਨਾਂ ਕੰਨਾਂ ਰਾਹੀਂ ਨਹੀਂ ਸੁਣਨੇ। ਅੱਜ ਸਾਰਾ ਦਿਨ ਵਰਤ ਰੱਖਣਾ, ਜ਼ੁਬਾਨ ਤੋਂ ਮਾੜਾ ਭੈੜਾ ਗੰਦਾ ਬੋਲ ਨਹੀਂ ਬੋਲਣਾ, ਵਾਸ਼ਨਾਵਾਂ ਵਾਲਾ ਇਹਨਾਂ ਹੱਥਾਂ ਨਾਲ ਮਾੜਾ ਨਹੀਂ ਕਰਨਾ, ਕਿਸੇ ਦਾ ਹੱਕ ਨਹੀਂ ਖੋਣਾ, ਕਿਸੇ ਨਾਲ ਗਰੀਬ ਮਾਰ ਨਹੀਂ ਕਰਨੀ, ਇਹਨਾਂ ਪੈਰਾਂ ਨਾਲ ਚੱਲ ਕੇ ਮਾੜੀ ਸੰਗਤ ਕੁਸੰਗਤ ਵਿੱਚ ਨਹੀਂ ਜਾਣਾ। ਇਹ ਤੇ ਰੋਜ਼ ਮੈਂ ਵਰਤ ਉੱਠ ਕੇ ਰੱਖਦਾ, ਇਹ ਸੰਜਮ ਕਰ ਰੱਖ ਕੇ ਔਰ ਰੋਜ਼ ਹੀ ਮੈਂ ਵਰਤ ਆਪਣਾ ਨਿਭਾਉਂਦਾ। ਇਹ ਕਹਿੰਦੇ ਰਾਜਾ ਸ਼ਿਵਨਾਪ ਨੇ ਜਦੋਂ ਇਹ ਸੁਣੀ ਤੇ ਉਹਦੇ ਵੀ ਹੱਥ ਜੁੜ ਗਏ, ਉਹਨੇ ਵੀ ਆਖਿਆ ਐਸੇ ਗੁਰ ਕੋ ਬਲ ਬਲ ਜਾਈਏ, ਐਸੇ ਗੁਰੂ ਤੋਂ ਬਲਹਾਰੇ ਜਾਵਾਂ ਜਿਨ੍ਹਾਂ ਨੇ ਅੰਨ ਛੱਡਣ ਵਾਲਾ ਵਰਤ ਨਹੀਂ, ਆ ਸੰਜਮ ਰੱਖ ਕੇ ਵਿਕਾਰਾਂ ਤੋਂ ਆਪਣੇ ਆਪ ਨੂੰ ਸੰਕੋਚ ਕੇ ਰੱਖਣਾ, ਆ ਵਰਤ ਰੱਖਣਾ ਸਿੱਖਾਂ ਨੂੰ ਸਿਖਾਇਆ ਹੈ। ਗੁਰੂ ਅੰਗਦ ਦੇਵ ਮਹਾਰਾਜ, ਤੁਸੀਂ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਆ ਕੇ ਜਦੋਂ ਸੱਚ ਨਾਲ ਜੁੜੇ ਤਾਂ ਉਹ ਸੱਚ ਹੀ ਤੁਹਾਡਾ ਸੰਜਮ ਬਣ ਗਿਆ ਔਰ ਸੱਚ ਹੀ ਤੁਹਾਡੇ ਵਾਸਤੇ ਉਹ ਵਰਤ ਜਿਹੜਾ ਸੀ ਉਹ ਬਣ ਗਿਆ। ਤੁਸੀਂ ਆਪਣੇ ਇੰਦਰੀਆਂ ਨੂੰ ਵਸ ਦੇ ਵਿੱਚ ਕਰ ਲਿਆ। ਭੱਟ ਜਨ ਗੁਰੂ ਸਾਹਿਬ ਦੀ ਉਸਤਤ ਵਿੱਚ ਇਹ ਪਾਵਨ ਬਚਨ ਜਿਹੜੇ ਆ ਉਚਾਰਨ ਕਰਕੇ ਸਾਨੂੰ ਸਮਝਾਉਣ ਦਾ ਯਤਨ ਕਰਦੇ ਨੇ ਵੀ ਤੁਸੀਂ ਕਿਸ ਗੁਰੂ ਦੇ ਚਰਨੀ ਆ ਕੇ ਲੱਗਣਾ ਹੈ, ਕਿਹੜੇ ਗੁਰੂ ਦੇ ਦਰ ਤੇ ਆ ਕੇ ਤੁਸੀਂ ਜੁੜਨਾ ਹੈ। ਜਿਸ ਸੱਚ ਸੰਜਮ ਵਰਤ ਸੱਚ ਕਬ ਜਨ ਕਲ ਵਖਾਣਾ। ਕਲ ਸਹਾਰ ਭੱਟ ਜੀ ਕਹਿੰਦੇ ਨੇ ਜਿਸ ਗੁਰੂ ਸਾਹਿਬ ਜੀ ਦੇ ਕੋਲ ਸੱਚ ਦਾ ਸੰਜਮ ਹੈ ਔਰ ਸੱਚ ਦਾ ਵਰਤ ਜਿਹੜਾ ਹੈ, ਜਿਸ ਗੁਰੂ ਸਾਹਿਬ ਜੀ ਦੇ ਜੀਵਨ ਅੰਦਰ ਬਣਿਆ ਹੈ। ਦਰਸ਼ਨ ਪਰਸੈ ਗੁਰੂ ਕੈ ਸੱਚ ਜਨਮ ਪਰਵਾਣ। ਐਸੇ ਗੁਰੂ ਦੇ ਦਰਸ਼ਨ ਪਰਸਨ ਦੇ ਨਾਲ, ਐਸੇ ਗੁਰੂ ਦੇ ਦੀਦਾਰ ਦਰਸ਼ਨ ਪਿਆਰ ਭਾਵਨਾ ਦੇ ਨਾਲ ਕਰਨ ਦੇ ਨਾਲ ਔਰ ਸੱਚੇ ਨਾਮ ਦੇ ਨਾਲ ਜੁੜਨ ਕਰਕੇ ਇਹ ਸਾਡਾ ਜਨਮ ਜਿਹੜਾ ਹੈ ਇਹ ਪ੍ਰਵਾਨ ਹੋ ਜਾਏਗਾ, ਭਾਵ ਸਾਡਾ ਇਹ ਜਨਮ ਸਫਲ ਹੋ ਜਾਏਗਾ। ਗੁਰੂ ਅੰਗਦ ਦੇਵ ਮਹਾਰਾਜ ਜੀ ਜਿਹੜੇ ਸੱਚ ਦਾ ਤੀਰਥ ਨੇ, ਸੱਚ ਦਾ ਇਸ਼ਨਾਨ ਨੇ ਔਰ ਜਿਨ੍ਹਾਂ ਕੋਲ ਸੱਚ ਦਾ ਪਿਆਰ ਵਾਲਾ ਭੋਜਨ ਹੈ ਔਰ ਜਿਹੜੇ ਹਰ ਵੇਲੇ ਸੱਚੇ ਨਾਮ ਨੂੰ ਜਪਦੇ ਰਹਿੰਦੇ ਹਨ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਰਾਹੀਂ ਸੱਚ ਪਰਮੇਸ਼ਵਰ ਦੇ ਨਾਮ ਨੂੰ ਪਾ ਕੇ ਸੰਗਤ ਵਿੱਚ ਨਾਮ ਦੀ ਸੁਗੰਧੀ ਵੰਡਣੀ ਕੀਤੀ ਹੈ। ਜਿਸ ਗੁਰੂ ਸਾਹਿਬ ਕੋਲ ਸੱਚ ਦਾ ਸੰਜਮ ਹੈ, ਸੱਚ ਦਾ ਵਰਤ ਹੈ, ਕਬ ਕਹਿੰਦੇ ਨੇ ਭੱਟ ਕੱਲ ਜੀ ਕਹਿ ਰਹੇ ਨੇ ਦਰਸ਼ਨ ਪਰਸੈ ਗੁਰੂ ਕੈ। ਪਰਸੈ ਸੱਸੇ ਨੂੰ ਸਿਹਾਰੀ ਲੱਗੀ ਹੋਈ ਹੈ। ਐਸੇ ਗੁਰੂ ਦੇ ਦਰਸ਼ਨ ਪਰਸਨ ਦੇ ਨਾਲ, ਭਾਵਨਾ ਨਾਲ ਗੁਰੂ ਸਾਹਿਬ ਦੇ ਦਰਸ਼ਨ ਕਰਨ ਦੇ ਨਾਲ ਸੱਚ ਜਨਮ ਪਰਵਾਨ ਤੇ ਸੱਚ ਪਰਮੇਸ਼ਵਰ ਦੇ ਨਾਮ ਨਾਲ ਜੁੜਨ ਨਾਲ ਸਾਡਾ ਇਹ ਜਨਮ ਜਿਹੜਾ ਉਹ ਸਫਲ ਹੋ ਸਕਦਾ ਹੈ, ਸਾਡਾ ਇਹ ਜਨਮ ਲੇਖੇ ਵਿੱਚ ਲੱਗ ਸਕਦਾ ਹੈ। ਇਸ ਲਈ ਐਸੇ ਪੂਰੇ ਗੁਰੂ ਦੇ ਦਰਸ਼ਨ ਕਰਨੇ ਚਾਹੀਦੇ ਨੇ। ਐਸੇ ਪੂਰੇ ਗੁਰੂ ਦੇ ਦਰਸ਼ਨਾਂ ਨੂੰ ਪਰਸ ਕੇ ਸੱਚੇ ਨਾਮ ਦੇ ਨਾਲ ਜੇ ਜੁੜਾਂਗੇ ਤਾਂ ਸਾਡਾ ਮਨੁੱਖਾ ਜਨਮ ਸਫਲ ਹੋ ਜਾਵੇਗਾ। ਹਮੈ ਦ੍ਰਿਸ਼ਟ ਸ਼ੁਭ ਕਰੈ ਹਰੈ ਅਗ ਪਾਪ ਸਕਲ ਮਲ। ਹੁਣ ਭੱਟ ਸਾਹਿਬਾਨ ਨੂੰ ਪੁੱਛਿਆ ਕਿ ਤੁਸੀਂ ਕਹਿੰਦੇ ਹੋ ਦਰਸ਼ਨ ਪਰਸਿਆ ਗੁਰੂ ਕੈ ਸੱਚ ਜਨਮ ਪਰਵਾਨ, ਜਾਂ ਇਸ ਤੋਂ ਪਹਿਲਾਂ ਤੁਸੀਂ ਇਹ ਗੱਲ ਆਖੀ ਸੀ ਕਿ ਦਰਸ਼ਨ ਪਰਸਿਆ ਗੁਰੂ ਕੈ 860 ਮੱਜਨ ਹੋਏ, ਵੀ ਗੁਰੂ ਸਾਹਿਬ ਦੇ ਦਰਸ਼ਨ ਪਰਸਨ ਦੇ ਨਾਲ 68 ਤੀਰਥਾਂ ਦੇ ਫਲ ਦੀ ਪ੍ਰਾਪਤੀ ਹੁੰਦੀ ਹੈ। ਐਸੇ ਗੁਰੂ ਦੇ ਦਰਸ਼ਨ ਕਰਨ ਦੇ ਨਾਲ ਜਨਮ ਜਿਹੜਾ ਹੈ ਉਹ ਸਫਲ ਹੋ ਜਾਂਦਾ ਹੈ, ਸਾਡਾ ਜਨਮ ਲੇਖੇ ਲੱਗ ਜਾਂਦਾ ਹੈ, ਜਨਮ ਪਰਵਾਨ ਹੋ ਜਾਂਦਾ ਹੈ। ਉਹ ਗੁਰੂ ਸਾਹਿਬ ਕੀ ਕਰਦੇ ਨੇ?
ਜਦੋਂ ਗੁਰੂ ਕੇ ਸਿੱਖ ਭਾਵਨਾ ਨਾਲ ਆ ਕੇ ਗੁਰੂ ਚਰਨਾਂ ਨੂੰ ਪਰਸਦੇ ਨੇ, ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਆ ਕੇ ਜੁੜਦੇ ਨੇ, ਤਾਂ ਅੱਗੋਂ ਗੁਰੂ ਸਾਹਿਬ ਆਪਣੇ ਸਿੱਖਾਂ ਪ੍ਰਤੀ ਕੀ ਫਰਜ਼ ਨਿਭਾਉਂਦੇ ਨੇ? ਕਹਿੰਦੇ ਜਿਹੜਾ ਦਰਸ਼ਨ ਪਰਸਿਆ ਗੁਰੂ ਕੇ, ਗੁਰੂ ਸਾਹਿਬ ਦੇ ਚਰਨਾਂ ਵਿੱਚ ਭਾਵਨਾ, ਪਿਆਰ, ਭਰੋਸੇ, ਵਿਸ਼ਵਾਸ ਨਾਲ ਆ ਕੇ ਜੁੜਦਾ ਹੈ, ਅੰਮ੍ਰਿਤ ਦ੍ਰਿਸ਼ਟ ਸ਼ੁਭ ਕਰੈ। ਸਮਰੱਥ ਗੁਰੂ ਆਪਣੀ ਅੰਮ੍ਰਿਤ ਭਰੀ ਦ੍ਰਿਸ਼ਟੀ ਦੇ ਨਾਲ ਉਹਨਾਂ ਦਾ ਭਲਾ ਕਰਦੇ ਨੇ। ਗੁਰੂ ਸਾਹਿਬ ਜੀ ਦੀ ਜਿਹੜੀ ਨਜ਼ਰ ਹੈ, ਗੁਰੂ ਸਾਹਿਬ ਜੀ ਜਿਹੜੀ ਦ੍ਰਿਸ਼ਟੀ ਹੈ, ਉਹਦੇ ਵਿੱਚ ਅੰਮ੍ਰਿਤ ਰਸ ਭਰਿਆ ਹੋਇਆ। ਕਈਆਂ ਦੀ ਅੱਖਾਂ ਦੇ ਵਿੱਚ ਨਫ਼ਰਤ ਭਰੀ ਹੁੰਦੀ ਹੈ, ਕਈਆਂ ਦੀ ਅੱਖਾਂ ਦੇ ਵਿੱਚ ਜ਼ਹਿਰ ਭਰੀ ਹੁੰਦੀ ਹੈ, ਕਈਆਂ ਦੀ ਅੱਖਾਂ ਦੇ ਵਿੱਚ ਈਰਖਾ ਭਰੀ ਹੁੰਦੀ ਹੈ, ਕਈਆਂ ਦੇ ਨਜ਼ਰ ਦੇ ਵਿੱਚ ਵਿਕਾਰਾਂ ਦੀ ਮੈਲ ਭਰੀ, ਕਈਆਂ ਦੀ ਨਜ਼ਰ ਹੀ ਬੁਰੀ ਹੁੰਦੀ ਹੈ, ਨਜ਼ਰ ਹੀ ਮੈਲੀ ਹੁੰਦੀ ਹੈ। ਪਰ ਜਿਸ ਸਮਰੱਥ ਗੁਰੂ ਸਾਹਿਬ ਦੇ ਦਰਸ਼ਨ ਅਸੀਂ ਕਰਨੇ ਨੇ, ਚਰਨਾਂ ਨੂੰ ਪਰਸਣਾ ਹੈ, ਉਹ ਸਤਿਗੁਰੂ ਦੀ ਨਜ਼ਰ ਵਿੱਚ ਅੰਮ੍ਰਿਤ ਰਸ ਭਰਿਆ ਹੋਇਆ ਹੈ। ਗੁਰੂ ਸਾਹਿਬ ਜੀ ਕਿਸੇ ਵੱਲ ਨਫ਼ਰਤ ਦੀ ਨਜ਼ਰ ਨਾਲ ਨਹੀਂ, ਪ੍ਰੇਮ, ਪਿਆਰ, ਭਾਵਨਾ ਦੀ ਨਜ਼ਰ ਨਾਲ ਵੇਖਦੇ ਆ। ਔਰ ਇੰਨੀ ਅੰਮ੍ਰਿਤ ਦ੍ਰਿਸ਼ਟੀ ਹੈ ਗੁਰੂ ਸਾਹਿਬ ਦੀ ਕਿ ਜੇ ਕੋਈ ਨਫ਼ਰਤ ਨਾਲ ਭਰਿਆ ਹੋਇਆ ਵੀ ਆਉਂਦਾ ਨਾ, ਤਾਂ ਉਹਦੇ ਅੰਦਰ ਦੀ ਨਫ਼ਰਤ ਵੀ ਖਤਮ ਹੋ ਜਾਂਦੀ ਹੈ। ਜੇ ਕੋਈ ਈਰਖਾ ਨਾਲ ਭਰਿਆ ਵੀ ਆਉਂਦਾ ਹੈ, ਤੇ ਜੇ ਗੁਰੂ ਸਾਹਿਬ ਅੰਮ੍ਰਿਤ ਭਰੀ ਦ੍ਰਿਸ਼ਟੀ ਨਾਲ ਵੇਖ ਲੈਣ, ਤਾਂ ਉਹਦੇ ਅੰਦਰ ਦੀ ਈਰਖਾ ਵੀ ਖਤਮ ਹੋ ਜਾਂਦੀ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਆਇਆ ਸੀ ਨਾ ਸੈਦ ਖਾਂ, ਕਹਿੰਦਾ ਸੀ ਮੈਂ ਗੁਰੂ ਸਾਹਿਬ ਦਾ ਸੀਸ ਲਾ ਕੇ ਲਿਆਉਣਾ, ਮੈਂ ਪ੍ਰਣ ਕੀਤਾ। ਤੇ ਉਧਰੋਂ ਭੈਣ ਨੇ ਅਰਦਾਸ ਕੀਤੀ ਸੀ, ਮਹਾਰਾਜ ਤੁਹਾਡੀ ਤਾਂ ਨਜ਼ਰ ਵਿੱਚ ਅੰਮ੍ਰਿਤ ਵਰਸਦਾ ਹੈ, ਤੁਹਾਡੀ ਤਾਂ ਜਿਹੜੀ ਨਜ਼ਰ ਹੈ, ਦ੍ਰਿਸ਼ਟੀ ਹੈ, ਉਹਦੇ ਵਿੱਚ ਅੰਮ੍ਰਿਤ ਵਰਸਦਾ ਹੈ, ਕਿਤੇ ਮੇਰੇ ਵੀਰ ਤੇ ਵੀ ਅੰਮ੍ਰਿਤ ਵਰਸਾ ਦੇਣਾ। ਜਿਹੜਾ ਤੁਹਾਡਾ ਸੀਸ ਲਾਉਣ ਆਇਆ, ਮੈਂ ਚਾਹੁੰਦੀ ਹਾਂ ਉਹਦਾ ਸੀਸ ਤੁਹਾਡੇ ਕਦਮਾਂ ਦੇ ਵਿੱਚ ਹੋਵੇ। ਨਫ਼ਰਤ ਨਾਲ ਭਰਿਆ, ਈਰਖਾ ਨਾਲ ਭਰਿਆ, ਹੰਕਾਰ ਨਾਲ ਭਰਿਆ ਆਇਆ ਸੀ। ਪਰ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਵੱਲ ਵੇਖਿਆ ਭਾਵਨਾ ਨਾਲ, ਕਹਿੰਦੇ ਗੁਰੂ ਸਾਹਿਬ ਨੇ ਅੰਮ੍ਰਿਤ ਦੀ ਦ੍ਰਿਸ਼ਟੀ ਨਾਲ ਵੇਖਿਆ, ਤੇ ਜਿਹੜਾ ਸਿਰ ਲਾਉਣ ਆਇਆ ਸੀ, ਉਹੀ ਸਿਰ ਗੁਰੂ ਸਾਹਿਬ ਦੇ ਚਰਨਾਂ ਵਿੱਚ ਰੱਖ ਦਿੱਤਾ। ਅੰਦਰ ਦੀ ਨਫ਼ਰਤ, ਅੰਦਰ ਦਾ ਹੰਕਾਰ, ਅੰਦਰ ਦੀ ਈਰਖਾ ਖਤਮ ਕਰ ਦਿੱਤੀ ਗੁਰੂ ਸਾਹਿਬ ਨੇ। ਇਸ ਲਈ ਕਹਿ ਰਹੇ ਨੇ ਕਿ ਗੁਰੂ ਅੰਗਦ ਦੇਵ ਮਹਾਰਾਜ ਜਿਹੜਾ ਤੁਹਾਡੇ ਦਰਸ਼ਨਾਂ ਨੂੰ ਪਰਸਦਾ ਹੈ, ਜਿਹੜਾ ਤੁਹਾਡੇ ਦੀਦਾਰ ਭਾਵਨਾ ਨਾਲ ਕਰਦਾ ਹੈ, ਉਹਦਾ ਜਨਮ ਪ੍ਰਵਾਨ ਹੋ ਜਾਂਦਾ ਹੈ। ਕਿਵੇਂ ਹੁੰਦਾ ਹੈ? ਅੰਮ੍ਰਿਤ ਦ੍ਰਿਸ਼ਟ ਸ਼ੁਭ ਕਰੈ। ਤੁਸੀਂ ਆਪਣੀ ਅੰਮ੍ਰਿਤ ਭਰੀ ਦ੍ਰਿਸ਼ਟੀ ਦੇ ਨਾਲ ਵੇਖ ਕੇ ਉਹਦੇ ਤੇ ਮਿਹਰ ਕਰਦੇ ਹੋ, ਉਹਦੇ ਤੇ ਕਿਰਪਾ ਕਰਦੇ ਹੋ। ਤੇ ਜਦੋਂ ਤੁਸੀਂ ਉਹਦੇ ਤੇ ਕਿਰਪਾ ਕਰਦੇ ਹੋ, ਹਰੈ ਅਗ ਪਾਪ ਸਗਲ ਮਲ, ਸਕਲ ਮਲ, ਸਾਰੀ ਦੀ ਸਾਰੀ ਜਿੰਨੀ ਵੀ ਅੰਦਰ ਮਲ ਇਕੱਠੀ ਹੋਈ ਹੈ, ਉਹ ਸਾਰੀ ਦੀ ਸਾਰੀ ਦੂਰ ਹੋ ਜਾਂਦੀ ਹੈ। ਅੱਗ ਘੱਗੇ ਦੇ ਨਾਲ, ਜਿਵੇਂ ਘੱਗਾ ਘਰ ਹੁੰਦਾ ਹੈ, ਇੱਕ ਗੱਗਾ ਤੇ ਇੱਕ ਘੱਗਾ, ਫਰਕ ਹੈ ਅਰਥਾਂ ਦੇ ਵਿੱਚ। ਅੱਗ ਦਾ ਅਰਥ ਹੁੰਦਾ ਪਾਪ। ਕਹਿਣ ਲੱਗੇ ਜਿੰਨੇ ਵੀ ਤੁਹਾਡੇ ਅੰਦਰ ਪਾਪ ਦੀ ਮੈਲ ਭਰੀ ਹੋਈ ਹੈ ਨਾ, ਇਹ ਸੰਸਾਰ ਦੇ ਜੀਵ, ਜਦੋਂ ਗੁਰੂ ਅੰਗਦ ਦੇਵ ਮਹਾਰਾਜ ਜੀ ਤੁਹਾਡੇ ਤੇ ਆਪਣੀ ਅੰਮ੍ਰਿਤ ਭਰੀ ਦ੍ਰਿਸ਼ਟੀ ਕਰਨਗੇ, ਤਾਂ ਸਾਰੇ ਅੰਦਰ ਪਾਪ ਦੀ ਮੈਲ ਜਿਹੜੀ ਹੈ ਉਹ ਦੂਰ ਹੋ ਜਾਂਦੀ ਹੈ। ਇਸ ਲਈ ਗੁਰੂ ਅੰਗਦ ਦੇਵ ਮਹਾਰਾਜ ਅੰਮ੍ਰਿਤ ਦ੍ਰਿਸ਼ਟ ਸ਼ੁਭ ਕਰੈ, ਤੁਸੀਂ ਆਪਣੀ ਅੰਮ੍ਰਿਤ ਭਰੀ ਨਜ਼ਰ ਵੱਲ ਨਾਲ ਜਿਹਦੇ ਵੱਲ ਵੀ ਮਿਹਰ ਕਰਦੇ ਹੋ, ਹਰੈ ਅਗ ਪਾਪ, ਉਹਦੇ ਪਾਪ ਦੀ ਮੈਲ, ਸਕਲ ਮਲ, ਟੋਟਲ ਜਿੰਨੀ ਵੀ ਅੰਦਰ ਵਿਕਾਰਾਂ ਦੀ ਮਲ ਹੈ, ਉਹ ਸਾਰੀ ਦੂਰ ਹੋ ਜਾਂਦੀ ਹੈ। ਕਾਮ ਕ੍ਰੋਧ ਅਰ ਲੋਭ ਮੋਹ, ਵਸ ਕਰੈ ਸਭੈ ਬਲ। ਗੁਰੂ ਅੰਗਦ ਦੇਵ ਮਹਾਰਾਜ ਤੁਹਾਡੀ ਨਜ਼ਰ ਦੇ ਵਿੱਚ ਇੰਨੀ ਮਿਹਰ ਹੈ, ਤੁਹਾਡੀ ਨਜ਼ਰ ਵਿੱਚ ਇੰਨੀ ਕਿਰਪਾ, ਇੰਨੀ ਬਖਸ਼ਿਸ਼ ਭਰੀ ਹੋਈ ਹੈ ਕਿ ਜਿਹੜਾ ਸਾਡੇ ਉੱਤੇ ਕਾਮ, ਕ੍ਰੋਧ ਅਰ ਲੋਭ ਮੋਹ ਦਾ ਵਸ ਹੈ ਨਾ, ਇਹਨਾਂ ਦਾ ਜਿਹੜਾ ਜ਼ੋਰ ਸਾਡੇ ਅੰਦਰ ਚੱਲਦਾ ਪਿਆ, ਅਸੀਂ ਇਹਨਾਂ ਦੇ ਵਸ ਪਏ ਹੋਏ ਹਾਂ। ਜੋ ਕਾਮ ਕਹਿੰਦਾ ਉਹੀ ਅਸੀਂ ਕਰਦੇ ਹਾਂ, ਜੋ ਕ੍ਰੋਧ ਕਹਿੰਦਾ ਉਹੀ ਕਰਦੇ ਹਾਂ, ਜੋ ਅੰਦਰੋਂ ਲੋਭ ਦੀ ਆਵਾਜ਼ ਆਉਂਦੀ ਹੈ ਉਹੀ ਅਸੀਂ ਕਰਮ ਕਰਦੇ ਹਾਂ।
ਜੋ ਹੰਕਾਰ ਕਹਿੰਦਾ ਉਸੇ ਪਾਸੇ ਅਸੀਂ ਚੱਲਦੇ ਹਾਂ, ਉਹੀ ਅਸੀਂ ਬੋਲੀ ਬੋਲਦੇ ਹਾਂ। ਭਾਵ ਹੰਕਾਰ ਦੀ ਬੋਲੀ ਬੋਲਦੇ ਹਾਂ, ਕ੍ਰੋਧ ਦੀ ਬੋਲੀ ਬੋਲਦੇ ਹਾਂ। ਅਸੀਂ ਲੋਭ ਤੇ ਮੋਹ ਦੇ ਵਸ ਪੈ ਕੇ ਉਹਨਾਂ ਦੀ ਬੋਲੀ ਬੋਲ ਕੇ ਉਹੋ ਜਿਹੀ ਕਰਮ ਕਰਦੇ ਹਾਂ। ਪਰ ਗੁਰੂ ਅੰਗਦ ਦੇਵ ਮਹਾਰਾਜ, ਤੁਹਾਡੀ ਨਜ਼ਰ ਦੇ ਵਿੱਚ ਇੰਨੀ ਮਿਹਰ, ਇੰਨੀ ਕਿਰਪਾ ਹੈ ਕਿ ਜਿਹੜਾ ਤੁਹਾਡੇ ਦਰਸ਼ਨਾਂ ਨੂੰ ਆ ਕੇ ਪਰਸਦਾ, ਤੁਹਾਡੇ ਚਰਨਾਂ ਵਿੱਚ ਆ ਕੇ ਜੁੜਦਾ ਹੈ, ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭ ਹੈ ਬਲ। ਇਹਨਾਂ ਦਾ ਬਲ ਜਿਹੜਾ ਨਾ, ਇਹਨਾਂ ਦੀ ਤਾਕਤ ਜਿਹੜੀ ਹੈ, ਉਹ ਤੁਸੀਂ ਸਾਰੀ ਵਸ ਵਿੱਚ ਕਰ ਲੈਂਦੇ ਹੋ। ਤੇ ਜਿਹਦੇ ਅੰਦਰੋਂ ਤੁਸੀਂ ਕਾਮ ਕ੍ਰੋਧ ਲੋਭ ਮੋਹ ਨੂੰ ਵਸ ਕਰ ਲੈਂਦੇ ਹੋ ਨਾ, ਉਹਦੇ ਬਲ, ਉਹਦੀ ਤਾਕਤ ਨੂੰ ਆਪਣੇ ਕਾਬੂ ਵਿੱਚ ਕਰ ਲੈਂਦੇ ਹੋ, ਫਿਰ ਮਹਾਰਾਜ ਜੀਓ ਉਹਦੇ ਅੰਦਰ ਕਦੇ ਵੀ ਕ੍ਰੋਧ ਦਾ ਬੋਲਬਾਲਾ ਨਹੀਂ ਹੁੰਦਾ, ਉਹਦੇ ਅੰਦਰ ਕਦੇ ਵੀ ਲੋਭ ਤੇ ਮੋਹ ਦਾ ਬੋਲਬਾਲਾ ਨਹੀਂ ਹੁੰਦਾ, ਉਹਦੇ ਅੰਦਰ ਕਦੇ ਵੀ ਕਾਮ ਵਾਸ਼ਨਾਵਾਂ ਆਪਣਾ ਜ਼ੋਰ ਨਹੀਂ ਪਾਉਂਦੀਆਂ, ਕਿਉਂਕਿ ਤੁਸੀਂ ਉਹਨਾਂ ਤੇ ਆਪਣੀ ਅੰਮ੍ਰਿਤ ਭਰੀ ਦ੍ਰਿਸ਼ਟੀ ਕਰਕੇ ਉਹਨਾਂ ਦੇ ਅੰਦਰ ਇਹ ਕਾਮ ਕ੍ਰੋਧ ਲੋਭ ਮੋਹ ਨੂੰ, ਇਹਨਾਂ ਦੇ ਸਾਰੇ ਬਲ, ਬਲ ਦਾ ਅਰਥ ਹੈ ਤਾਕਤ, ਇਹਨਾਂ ਦੀ ਪਾਵਰ ਜਿਹੜੀ ਹੈ ਤੁਸੀਂ ਵਸ ਕਰ ਲੈਣ ਵਾਲੇ ਹੋ। ਸਦਾ ਸੁਖ ਮਨ ਵਸੈ ਦੁਖ ਸੰਸਾਰ ਹੈ ਖੋਵੈ। ਗੁਰੂ ਅੰਗਦ ਦੇਵ ਮਹਾਰਾਜ ਜਿਹੜਾ ਤੁਹਾਡੇ ਚਰਨਾਂ ਦੇ ਵਿੱਚ ਭਾਵਨਾ ਪਿਆਰ ਨਾਲ ਆਇਆ ਔਰ ਜਿਨ੍ਹਾਂ ਨੇ ਦਰਸ਼ਨ ਪਰਸਿਆ ਗੁਰੂ ਕੇ, ਤੁਹਾਡੇ ਚਰਨਾਂ ਵਿੱਚ ਆ ਕੇ ਤੁਹਾਡੇ ਦਰਸ਼ਨਾਂ ਨੂੰ ਪਰਸਨਾ ਕੀਤਾ, ਉਹਨਾਂ ਦੇ ਤੁਸੀਂ ਕਾਮ ਕ੍ਰੋਧ ਲੋਭ ਮੋਹ ਬਾਰੇ ਅੰਦਰ ਦੀ ਬਲ ਨੂੰ ਵਸ ਵਿੱਚ ਕਰ ਲਿਆ, ਤੇ ਜਿਨ੍ਹਾਂ ਦੇ ਅੰਦਰ ਦੇ ਇਹਨਾਂ ਵਿਕਾਰਾਂ ਦੇ ਬਲ ਨੂੰ ਵਸ ਕਰ ਲਿਆ, ਸਦਾ ਸੁਖ ਮਨ ਵਸੈ, ਉਹਨਾਂ ਦੇ ਮਨ ਵਿੱਚ ਸਦਾ ਸੁਖ ਵਸ ਗਿਆ। ਤੇ ਜਿਨ੍ਹਾਂ ਦੇ ਮਨ ਵਿੱਚ ਸਦਾ ਸੁਖ ਵਸ ਗਿਆ, ਦੁੱਖ ਸੰਸਾਰ ਹੈ ਖੋਵੈ, ਉਹਨਾਂ ਨੇ ਸੰਸਾਰ ਦੇ ਸਾਰੇ ਦੁੱਖ ਆਪਣੀ ਜ਼ਿੰਦਗੀ ਵਿੱਚੋਂ ਦੀ ਦੂਰ ਕਰ ਲਏ, ਖਤਮ ਹੋ ਗਏ। ਉਹਨਾਂ ਦੀ ਜ਼ਿੰਦਗੀ ਵਿੱਚ ਮਨ ਦੇ ਤਲ ਉੱਤੇ ਕੋਈ ਦੁੱਖ ਰਹਿ ਹੀ ਨਹੀਂ ਗਿਆ, ਕਿਉਂਕਿ ਉਹਨਾਂ ਨੂੰ ਸਰਬ ਸੁੱਖ ਦੀ ਪ੍ਰਾਪਤੀ ਹੋ ਗਈ। ਆਪਣੇ ਜੀਵਨ ਅੰਦਰ ਅਸੀਂ ਝਾਤ ਮਾਰੀਏ ਜਾਂ ਸੰਸਾਰ ਵਿੱਚ ਹੀ ਤੁਸੀਂ ਝਾਤ ਮਾਰ ਕੇ ਵੇਖੋ, ਸੁਖੀ ਕੌਣ ਹੈ? ਬੰਦਾ ਕਹਿੰਦਾ ਧਨ ਦੇ ਤਲ ਤੇ ਸੁੱਖ ਮਿਲਦਾ ਹੈ, ਪਰ ਜਿਨ੍ਹਾਂ ਕੋਲ ਬੇਸ਼ੁਮਾਰ ਹੈ ਸੁੱਖ ਤਾਂ ਉਹਨਾਂ ਕੋਲ ਵੀ ਨਹੀਂ। ਬੰਦਾ ਕਹਿੰਦਾ ਧੀਆਂ ਪੁੱਤਰ ਪਰਿਵਾਰ ਜਿਹੜਾ ਉਹ ਹੋਵੇ ਤਾਂ ਬੜਾ ਸੁੱਖ ਜੀਵਨ ਵਿੱਚ ਮਿਲਦਾ ਹੈ, ਪਰ ਜਿਨ੍ਹਾਂ ਦੇ ਕੋਲ ਹੈ ਸੁੱਖ ਤੇ ਉਹਨਾਂ ਕੋਲ ਵੀ ਨਹੀਂ। ਬੰਦਾ ਕਹਿੰਦਾ ਇੱਕ ਮੁਲਕ ਤੋਂ ਦੂਜਾ, ਦੂਜੇ ਤੋਂ ਤੀਜੇ, ਤੀਜੇ ਤੋਂ ਚੌਥੇ ਮੁਲਕ ਦਾ ਭਰਮਣ ਕਰਕੇ ਸੁੱਖ ਮਿਲੇਗਾ, ਪਰ ਜਿਨ੍ਹਾਂ ਸਾਰੀ ਦੁਨੀਆ ਨੂੰ ਦਾ ਚੱਕਰ ਲਾ ਲਿਆ ਸੁਖੀ ਤਾਂ ਉਹ ਵੀ ਨਹੀਂ। ਸੁੱਖ ਕਿਹਨਾਂ ਦੇ ਅੰਦਰ ਬਣਿਆ? ਜਿਨ੍ਹਾਂ ਨੇ ਗੁਰੂ ਚਰਨਾਂ ਵਿੱਚ ਆ ਕੇ ਭਾਵਨਾ ਨਾਲ ਜੁੜਨਾ ਕੀਤਾ ਔਰ ਗੁਰੂ ਨੇ ਅੰਮ੍ਰਿਤ ਭਰੀ ਦ੍ਰਿਸ਼ਟੀ ਨਾਲ, ਮਿਹਰ ਦੀ ਨਜ਼ਰ ਨਾਲ ਕਿਰਪਾ ਕਰਕੇ ਉਹਨਾਂ ਦੇ ਅੰਦਰ ਦੇ ਵਿਕਾਰਾਂ ਦੇ ਬਲ ਨੂੰ ਵਸ ਵਿੱਚ ਕਰ ਲਿਆ। ਸਦਾ ਸੁਖ ਮਨ ਵਸੈ, ਉਹਨਾਂ ਦੇ ਮਨ ਵਿੱਚ ਸਦਾ ਲਈ ਸੁਖ ਵਸ ਜਾਂਦਾ ਹੈ, ਤੇ ਦੁੱਖ ਉਹਨਾਂ ਦੇ ਸੰਸਾਰਿਕ ਤਲ ਤੇ ਜਿੰਨੇ ਵੀ ਨੇ ਉਹ ਸਾਰੇ ਦੇ ਸਾਰੇ ਹੀ ਦੁੱਖ ਅੰਦਰੋਂ ਮੁੱਕ ਜਾਂਦੇ ਨੇ। ਗੁਰੂ ਸਾਹਿਬ ਕਹਿੰਦੇ ਤੂੰ ਆ ਕੇ ਭਾਵਨਾ ਨਾਲ ਜੁੜ ਤਾਂ ਸਹੀ, ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਤੂੰ ਦੁੱਖ ਤੇਰੀ ਜ਼ਿੰਦਗੀ ਦੇ ਸਾਰੇ ਹੀ ਦੂਰ ਹੋ ਜਾਣਗੇ ਤੇ ਸੁੱਖ ਤੇਰੇ ਜੀਵਨ ਵਿੱਚ ਘਰ ਵਿੱਚ ਬਣ ਜਾਏਗਾ। ਪਰ ਤੈਨੂੰ ਪੂਰੇ ਗੁਰੂ ਦੇ ਚਰਨਾਂ ਨੂੰ ਪਰਸਣਾ ਪੈਣਾ ਹੈ, ਅਧੂਰੇ ਨਹੀਂ। ਤੈਨੂੰ ਉਸ ਪੂਰੇ ਗੁਰੂ ਦੇ ਦਰਸ਼ਨ ਕਰਨੇ ਪੈਣੇ ਨੇ, ਜਿਸ ਪੂਰੇ ਗੁਰੂ ਦੇ ਕੋਲ ਅੰਮ੍ਰਿਯ ਦ੍ਰਿਸ਼ਟ, ਜਿਹਦੇ ਕੋਲ ਅੰਮ੍ਰਿਤ ਭਰੀ ਦ੍ਰਿਸ਼ਟੀ ਹੈ, ਨਜ਼ਰ, ਜਿਹਦੀ ਨਜ਼ਰ ਵਿੱਚ ਅੰਮ੍ਰਿਤ ਭਰਿਆ ਹੋਇਆ, ਤੈਨੂੰ ਉਸ ਗੁਰੂ ਦੇ ਕੋਲ ਆਉਣਾ ਪਏਗਾ। ਫਿਰ ਤੇਰੇ ਸੰਸਾਰ ਦੇ ਸਾਰੇ ਦੁੱਖ ਮੁੱਕ ਜਾਣਗੇ ਔਰ ਮਨ ਕਰਕੇ ਸਰਬ ਸੁੱਖ ਦੀ ਪ੍ਰਾਪਤੀ ਹੋ ਜਾਏਗੀ। ਇਸ ਲਈ ਗੁਰੂ ਅੰਗਦ ਦੇਵ ਜੀ, ਜਿਨ੍ਹਾਂ ਦੇ ਤੁਸੀਂ ਕਾਮ ਕ੍ਰੋਧ ਲੋਭ ਮੋਹ ਨੂੰ ਵਸ ਕੀਤਾ ਹੈ, ਉਹਨਾਂ ਦੇ ਮਨ ਵਿੱਚ ਸਦਾ ਸੁੱਖ ਵਸਾ ਦਿੱਤਾ, ਉਹਨਾਂ ਦੇ ਸਾਰੇ ਦੁੱਖ ਤੁਸੀਂ ਦੂਰ ਕਰ ਦਿੰਦੇ ਹੋ। ਗੁਰ ਨਵ ਨਿਧ ਦਰਿਆਓ ਜਨਮ ਹਮ ਕਾਲਖ ਤੋਵੈ। ਹੁਣ ਦੁਨੀਆ ਦੇ ਸੰਸਾਰੀ ਲੋਕਾਂ ਨੂੰ ਸਮਝਾਉਂਦੇ ਨੇ ਕਿ ਦੁਨੀਆ ਦੇ ਲੋਕੋ, ਮਨੁੱਖਾ ਜਨਮ ਦੇ ਵਿੱਚ ਆਏ ਹੋਏ ਪ੍ਰਾਣੀ
ਜਿਸ ਗੁਰੂ ਦੀ ਵਡਿਆਈ ਤੁਹਾਡੇ ਨਾਲ ਕੀਤੀ ਹੈ ਸਾਂਝੀ, ਜਿਸ ਗੁਰੂ ਦੀ ਉਸਤਤ ਕੀਤੀ ਜਾ ਰਹੀ ਹੈ, ਜਿਸ ਗੁਰੂ ਦੇ ਗੁਣ ਗਾਏ ਜਾ ਰਹੇ ਨੇ, ਕਹਿੰਦੇ ਗੁਰ ਨਵ ਨਿਧ ਦਰਿਆਓ। ਗੁਰੂ ਉਹ ਦਰਿਆ ਹੈ ਜਿਹਦੇ ਵਿੱਚ ਨਵ ਨਿਧੀਆਂ 18 ਸਦੀਆਂ ਦੇ ਖਜ਼ਾਨੇ ਭਰੇ ਪਏ ਨੇ, ਜਾਂ ਕਹਿ ਲਓ ਕਿ ਸਫਲਤਾਵਾਂ। ਗੁਰੂ ਉਹ ਦਰਿਆ ਹੈ ਜਿਸ ਦਰਿਆ ਵਿੱਚ ਤੁਸੀਂ ਆਓਗੇ ਤਾਂ ਤੁਹਾਨੂੰ ਸਾਰੀਆਂ ਕਾਮਯਾਬੀਆਂ ਮਿਲ ਜਾਣਗੀਆਂ, ਤੁਹਾਨੂੰ ਸਾਰੀਆਂ ਸਫਲਤਾਵਾਂ ਮਿਲ ਜਾਣਗੀਆਂ, ਤੁਹਾਡੇ ਸਾਰੇ ਦੁੱਖ ਜਿਹੜੇ ਆ ਉਹ ਕੱਟੇ ਜਾਣਗੇ, ਰੋਗ ਕੱਟੇ ਜਾਣਗੇ, ਤੁਹਾਡੇ ਜੰਮਣ ਮਰਨ ਆਵਾਗਮਨ ਦੇ ਸਾਰੇ ਦੁੱਖ ਜਿਹੜੇ ਆ ਉਹ ਮੁੱਕ ਜਾਣਗੇ। ਹਰ ਪ੍ਰਕਾਰ ਤੋਂ ਤੁਸੀਂ ਕਾਮਯਾਬ ਹੋ ਜਾਓਗੇ, ਤੁਸੀਂ ਸਫਲ ਹੋ ਜਾਓਗੇ, ਆਪਣੇ ਮੁਕਾਮ ਤੇ ਪਹੁੰਚ ਜਾਓਗੇ, ਕਿਉਂਕਿ ਗੁਰ ਨਵ ਨਿਧ ਦਰਿਆਓ। ਗੁਰੂ ਐਸਾ ਬਖਸ਼ਿਸ਼ਾਂ ਦਾ ਖਜ਼ਾਨਾ ਹੈ, ਦਰਿਆ ਹੈ। ਜਨਮ ਹਮ ਕਾਲਖ ਧੋਵੈ, ਜੇ ਇਸ ਦਰਿਆ ਵਿੱਚ ਆ ਕੇ ਤੁਸੀਂ ਮਨ ਕਰਕੇ ਚੁੱਭੀ ਲਾਓਗੇ ਤਾਂ ਜਿਹੜਾ ਜਿਹੜਾ ਵੀ ਆਏਗਾ, ਅਸੀਂ ਸਾਰੇ ਆਪਣੇ ਅੰਦਰ ਜਿਹੜੀ ਜਨਮਾਂ ਦੀ ਲੱਗੀ ਹੋਈ ਮਲ ਹੈ ਉਹਨੂੰ ਧੋ ਸਕਦੇ ਹਾਂ। ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ। ਕਰਮ ਜਨਮਾਂ ਵਿੱਚ ਕੀਤੇ ਹੋਏ ਕਰਮ ਦੀ ਜਿਹੜੀ ਮਲ ਇਕੱਠੀ ਕੀਤੀ ਹੋਈ ਹੈ ਨਾ, ਔਰ ਇੱਕ ਜਨਮ ਦੀ ਹੋਵੇ ਤੇ ਗੱਲ ਕਰੀਏ, ਇੱਥੇ ਤਾਂ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸ਼ਿਆ, ਇਹ ਕਾਲੀ ਸ਼ਾਹੀ ਵਾਂਗੂ ਅੰਦਰ ਕਾਲਾ ਹੋਇਆ ਪਿਆ। ਕਹਿੰਦੇ ਗੁਰੂ ਐਸਾ ਦਰਿਆ ਹੈ ਬਖਸ਼ਿਸ਼ਾਂ ਦਾ ਕਿ ਜਿੱਥੇ ਤੁਸੀਂ ਆਓਗੇ ਤਾਂ ਅੰਦਰ ਦੀ ਸਾਰੀ ਕਾਲਖ ਜਿਹੜੀ ਹੈ ਉਹ ਧੁੱਪ ਜਾਂਦੀ ਹੈ। ਸੋ ਕਹੋ ਟਲ ਗੁਰ ਸੇਵੀਐ, ਅਹਨਸ ਸਹਿਜ ਸੁਪਾਏ। ਸੋ ਕਹੋ ਟਲ ਗੁਰ ਸੇਵੀਐ। ਟਲ ਇਹ ਵੀ ਭੱਟ ਜੀ ਦਾ ਨਾਮ ਹੈ, ਜਾਂ ਕਹਿ ਲਓ ਕਿ ਭੱਟ ਕਲ ਤੇ ਭੱਟ ਕਲ ਸਹਾਰ ਤੇ ਭੱਟ ਟਲ, ਇਹ ਤਿੰਨੇ ਇੱਕੋ ਹੀ ਭੱਟ ਦੇ ਨਾਮ ਨੇ। 11 ਭੱਟਾਂ ਦੇ ਸਵਈਏ ਜਿਹੜੇ ਗੁਰੂ ਉਸਤਤ ਵਿੱਚ ਉਚਾਰਨ ਕੀਤੇ ਗਏ ਨੇ 11 ਭੱਟਾਂ ਵੱਲੋਂ, ਭੱਟ ਸਹਿਬਾਨ ਵੱਲੋਂ, ਉਹਨਾਂ ਵਿੱਚੋਂ ਜੀ ਜਿਹੜੇ 3 ਨਾਮ ਨੇ, ਇੱਕ ਕਲ ਸਹਾਰ ਔਰ ਇੱਕ ਜਿਹੜਾ ਨਾਮ ਆਇਆ ਟਲ, ਇਹ ਤਿੰਨੇ ਇੱਕੋ ਹੀ ਭੱਟ ਦੇ ਨਾਮ ਨੇ। ਇਹਨੂੰ ਆਪਾਂ ਟਲ ਨੂੰ ਭੱਟ ਕਲ ਸਹਾਰ ਵੀ ਕਹਿ ਸਕਦੇ ਹਾਂ ਤੇ ਭੱਟ ਕਲ ਵੀ ਕਹਿ ਸਕਦੇ ਹਾਂ। ਕਹਿੰਦੇ ਨੇ ਭੱਟ ਟਲ ਜੀ, ਭੱਟ ਕਲ ਸਹਾਰ ਜੀ ਕਹਿ ਰਹੇ ਨੇ ਕਿ ਜਿਹੜਾ ਗੁਰੂ ਨਵ ਨਿਧ ਦਰਿਆਓ ਦੇ ਰੂਪ ਵਿੱਚ ਹੈ, ਜਿਸ ਦਰਿਆ ਵਿੱਚ ਆ ਕੇ ਜਨਮ ਹਮ ਕਾਲਖ ਧੋਵੈ, ਅਸੀਂ ਜਨਮਾਂ ਜਨਮਾਂ ਦੀ ਲੱਗੀ ਹੋਈ ਵਿਕਾਰਾਂ ਦੀ ਕਾਲਖ ਨੂੰ ਧੋ ਸਕਦੇ ਹਾਂ। ਜਿਸ ਗੁਰੂ ਦੇ ਕੋਲ ਇੰਨਾ ਬਲ ਹੈ ਕਿ ਉਹ ਸਾਡੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਬਲ ਨੂੰ ਵਸ ਵਿੱਚ ਕਰ ਸਕਦਾ ਹੈ। ਜਿਹੜੇ ਗੁਰੂ ਨੇ ਸਾਡੇ ਤੇ ਅੰਮ੍ਰਿਤ ਦ੍ਰਿਸ਼ਟੀ ਕਰਕੇ ਸਾਡੇ ਪਾਪ ਦੀ ਮੈਲ ਨੂੰ ਅੰਦਰੋਂ ਧੋ ਦੇਣਾ ਹੈ ਔਰ ਸਾਡੇ ਮਨ ਵਿੱਚ ਸਦਾ ਲਈ ਸੁਖ ਦੀ ਦਾਤ ਦੇ ਕੇ ਸਾਨੂੰ ਸਦਾ ਲਈ ਸੁਖੀ ਬਣਾ ਦੇਣਾ ਹੈ। ਸੋ ਕਹ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਕਹਿੰਦੇ ਸਹਿਜ ਸੁਭਾਵਕ ਹੀ, ਚਲਾਕੀ ਨਾਲ ਨਹੀਂ, ਚਤਰਾਈਆਂ ਨਾਲ ਨਹੀਂ, ਸਿਆਣਪਾਂ ਨਾਲ ਨਹੀਂ, ਸਹਿਜ ਸੁਭਾਵਕ ਹੀ ਐਸੇ ਗੁਰੂ ਦੇ ਚਰਨਾਂ ਵਿੱਚ ਆ ਕੇ ਦਿਨ ਰਾਤ ਐਸੇ ਗੁਰੂ ਦੇ ਨਾਮ ਦਾ ਜਾਪ ਕਰਨਾ ਚਾਹੀਦਾ ਹੈ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ, ਗੁਰ ਕੀ ਟੇਕ ਰਹੋ ਦਿਨ ਰਾਤ, ਜਾਂ ਕੀ ਕੋਏ ਨਾ ਮੇਟੈ ਦਾਤ। ਅਹਨਿਸ ਦਿਨ ਤੇ ਰਾਤ ਐਸੇ ਗੁਰੂ ਦੇ ਚਰਨਾਂ ਦਾ ਆਸਰਾ ਲੈ ਕੇ ਉਸ ਸੱਚ ਨਾਮ ਨੂੰ ਸਿਮਰਨਾ ਚਾਹੀਦਾ ਹੈ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਜਦੋਂ ਅਸੀਂ ਸਹਿਜ ਸੁਭਾਵਕ ਦਾ ਮਤਲਬ ਹੈ ਅੰਦਰੋਂ ਚਲਾਕੀਆਂ ਸਿਆਣਪਾਂ ਚਤਰਾਈਆਂ ਆਪਣੀ ਮਤ ਜਿਹੜੀ ਹੈ ਉਹ ਛੱਡ ਕੇ ਪਿਆਰ ਭਾਵਨਾ ਨਾਲ ਦਿਨ ਰਾਤ ਗੁਰੂ ਚਰਨਾਂ ਦਾ ਆਸਰਾ ਲੈ ਕੇ ਅਸੀਂ ਪਰਮੇਸ਼ਵਰ ਦੇ ਸੱਚੇ ਨਾਮ ਨੂੰ ਸਿਮਰਾਂਗੇ ਔਰ ਪਿਆਰ ਭਾਵਨਾ ਨਾਲ ਗੁਰੂ ਸਾਹਿਬ ਦਾ ਦਰਸ਼ਨ ਕਰਾਂਗੇ। ਦਰਸ਼ਨ ਪਰਸਿਐ ਗੁਰੂ ਕੇ, ਐਸੇ ਸਮਰੱਥ ਗੁਰੂ ਦੇ ਦਰਸ਼ਨ ਪਰਸਾਂਗੇ ਤਾਂ ਜਨਮ ਮਰਨ ਦੁੱਖ ਜਾਏ। ਸਭ ਤੋਂ ਵੱਡਾ ਦੁੱਖ ਬਹੁਤ ਤਰ੍ਹਾਂ ਨੇ ਦੁਨੀਆ ਦੇ ਵਿੱਚ, ਪਰ ਸਭ ਤੋਂ ਵੱਡਾ ਦੁੱਖ ਹੈ
ਜੰਮਣ ਤੇ ਮਰਨ ਦਾ ਜਿਹੜਾ ਮੁੱਕਦਾ ਹੀ ਨਹੀਂ ਪਿਆ। ਜਿਹੜੇ ਜਨਮ ਵਿੱਚ ਦੁੱਖ ਮਿਲੇ ਉਹ ਤਾਂ ਮੁੱਕ ਜਾਣਗੇ, ਪਰ ਜਿਹੜਾ ਜੰਮਣ ਮਰਨ ਵਾਲਾ ਦੁੱਖ ਹੈ ਇਹ ਨਹੀਂ ਸਾਡਾ ਮੁੱਕਦਾ ਪਿਆ। ਕਹਿੰਦੇ ਇਹ ਜੰਮਣ ਮਰਨ ਦਾ ਦੁੱਖ ਵੀ ਮੁੱਕ ਜਾਏਗਾ। ਤੁਸੀਂ ਦਿਨ ਰਾਤ ਗੁਰੂ ਦੀ ਟੇਕ, ਐਸੇ ਪੂਰੇ ਗੁਰੂ ਦੀ ਟੇਕ ਲੈ ਕੇ ਸੱਚੇ ਨਾਮ ਦਾ ਅਭਿਆਸ ਕਰੋ ਤੇ ਭਾਵਨਾ ਨਾਲ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਨੂੰ ਪਰਸ ਕੇ ਗੁਰੂ ਚਰਨਾਂ ਨਾਲ ਜੁੜੋਗੇ ਤਾਂ ਫਿਰ ਸਾਰੇ ਜਨਮਾਂ ਦੇ ਅੰਦਰ ਜਿਹੜੀ ਵਿਕਾਰਾਂ ਦੀ ਕਲਖ ਲੱਗੀ ਹੈ ਉਹ ਵੀ ਧੁੱਪ ਜਾਏਗੀ ਤੇ ਸੁੱਖ ਦੀ ਪ੍ਰਾਪਤੀ ਹੋ ਜਾਏਗੀ। ਇੱਥੇ ਦੂਸਰੇ ਗੁਰੂ ਅੰਗਦ ਦੇਵ ਮਹਾਰਾਜ ਪਾਤਸ਼ਾਹ ਜੀ ਦੀ ਉਸਤਤ ਵਿੱਚ ਉਚਾਰਨ ਕੀਤੇ ਹੋਏ ਜਿਹੜੇ ਸਵਈਏ ਨੇ, ਸਵਈਏ ਮਹਿਲੇ ਦੂਜੇ ਕੇ, ਉਹਦੀ ਇੱਥੇ ਸਮਾਪਤੀ ਵੀ ਹੁੰਦੀ ਹੈ। ਗੁਰੂ ਸਾਹਿਬ ਕਿਰਪਾ ਕਰਨ, ਜੋ ਭੱਟ ਸਾਹਿਬਾਨ ਨੇ ਗੁਰੂ ਸਾਹਿਬ ਜੀ ਨੂੰ ਸਮਝ ਕੇ ਉਹਨਾਂ ਦੀ ਉਸਤਤ ਕਰਦਿਆਂ ਸਾਨੂੰ ਜੋ ਗਿਆਨ ਦਿੱਤਾ ਹੈ ਉਸ ਗਿਆਨ ਨੂੰ ਹਾਸਲ ਕਰਕੇ ਆਪਾਂ ਵੀ ਅਰਦਾਸ ਕਰੀਏ ਕਿ ਗੁਰੂ ਪਾਤਸ਼ਾਹ ਸਾਨੂੰ ਵੀ ਕਿਤੇ ਸੱਚ ਦਾ ਤੀਰਥ ਤੇ ਸੱਚ ਦਾ ਇਸ਼ਨਾਨ ਤੇ ਸੱਚ ਦਾ ਭਾਉ ਭੋਜਨ ਜਿਹੜਾ ਹੈ ਉਹਨੂੰ ਆਪਣੇ ਜੀਵਨ ਦਾ ਆਧਾਰ ਆਸਰਾ ਬਣਾਉਣ ਦੀ ਜਾਚ ਆ ਜਾਏ। ਅਸੀਂ ਵੀ ਪੂਰੇ ਗੁਰੂ ਦੇ ਚਰਨਾਂ ਦੇ ਵਿੱਚ ਜੁੜ ਕੇ ਸੱਚੇ ਨਾਮ ਦਾ ਅਭਿਆਸ ਕਰਕੇ ਆਪਣੇ ਜੀਵਨ ਨੂੰ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰਿ ਪ੍ਰਭ ਆਪੇ ਮੇਲੇ ਵਾਲਾ ਬਣਾ ਸਕੀਏ। ਸਤਿਗੁਰੂ ਮਹਿਰਾਮਤ ਕਰਨ। ਭੱਟ ਸਾਹਿਬਾਨ ਨੇ ਜਿਸ ਤਲ ਉੱਤੇ ਆਤਮਿਕ ਅਵਸਥਾ, ਆਪਣੇ ਮਨ ਦੀ ਅਵਸਥਾ ਨੂੰ ਬਣਾ ਕੇ ਇਹ ਬਚਨ ਉਚਾਰਨ ਕੀਤੇ ਨੇ, ਹੋ ਸਕਦਾ ਵੀ ਉਸ ਤਲ ਤੇ ਇਹ ਵਿਚਾਰ ਸਾਡੇ ਕੋਲੋਂ ਜਿਹੜੀ ਆ ਉਹ ਨਾ ਹੋ ਸਕੀ ਹੋਵੇ, ਪਰ ਜਿੰਨੀ ਵੀ ਗੁਰੂ ਸਾਹਿਬ ਨੇ ਰਹਿਮਤ ਕਰਕੇ ਮਤ ਦੇ ਕੇ ਇਹ ਵਿਚਾਰ ਕਰਵਾਈ ਹੈ ਉਹ ਆਪ ਜੀ ਨੇ ਕਬੂਲ ਕਰ ਲੈਣੀ। ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਸਤਿਗੁਰੂ ਅੱਗੇ ਤੋਂ ਮਿਹਰ ਦਾ ਹੱਥ ਰੱਖਣ, ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ। ਅੱਜ ਦੇ ਇਹ ਪਾਵਨ ਬਚਨ ਆਪਣੇ ਹਿਰਦੇ ਦੇ ਅੰਦਰ ਵਸਾ ਲਈਏ ਜੀ। ਸੋ ਕਹੋ ਟਲ ਗੁਰ ਸੇਵੀਐ, ਅਹਨਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਵਾਹਿਗੁਰੂ ਜੀ ਕਾ ਖਾਲਸਾ